ਅਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਵਿਸ਼ੇਸ਼ ਉਪਰਾਲੇ ਤਹਿਤ ਜੋ ਗੁਰਮਤਿ ਕਲਾਸਾਂ ਲੱਗਦੀਆਂ ਹਨ, ਜਿਸ ਵਿੱਚ ਆਪਾਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਇਸ ਰੋਜ਼ 11:30 ਵਜੇ ਵਾਲੀ ਕਲਾਸ ਦੇ ਵਿੱਚ। ਸੋ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਜੁੜ ਚੁੱਕੇ ਹਨ ਤੇ ਜੋ ਜੁੜ ਗਏ ਹਨ। ਅੱਜ ਆਪਾਂ ਜਿਸ ਗੱਲ ਬਾਰੇ, ਜਿਸ ਸੰਸਕਾਰ ਬਾਰੇ ਆਪਾਂ ਗੱਲ ਕਰਨੀ ਆ, ਜੋ ਮਰਿਆਦਾ ਦੇ ਬਾਰੇ ਆਪਾਂ ਗੱਲ ਕਰਨੀ ਆ, ਉਹ ਮਰਿਆਦਾ ਹੈ ਅੰਮ੍ਰਿਤ ਸੰਸਕਾਰ। ਕਿ ਗੁਰਮਤਿ ਦੇ ਅੰਦਰ ਅੰਮ੍ਰਿਤ ਸੰਸਕਾਰ ਦੀ ਕੀ ਮਹੱਤਤਾ ਹੈ, ਅੰਮ੍ਰਿਤ ਕਿਵੇਂ ਛਕਾਇਆ ਜਾਂਦਾ ਹੈ, ਕੀ ਸਮੁੱਚੀ ਮਰਿਆਦਾ ਹੈ, ਇਹਦੇ ਬਾਰੇ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਵਿਚਾਰਨਾ ਹੈ। ਸੋ ਸੰਗਤ 1-2 ਮਿੰਟ ਦੇ ਵਿੱਚ ਜੁੜ ਜਾਵੇ ਤੇ ਆਪਾਂ ਕਲਾਸ ਦੀ ਆਰੰਭਤਾ ਕਰਦੇ ਹਾਂ। ਆਪ ਜੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਸਮਾਂ ਕੱਢ ਕੇ ਇਸ ਕਲਾਸ ਦੇ ਵਿੱਚ ਜੁੜਦੇ ਹੋ ਤੇ ਗੁਰਮਤਿ ਦੀ ਸੋਝੀ ਪ੍ਰਾਪਤ ਕਰਦੇ ਹੋ। ਸੋ 1-ਅੱਧੇ ਮਿੰਟ ਦੇ ਵਿੱਚ ਹੀ ਆਪਾਂ ਇਹ ਕਲਾਸ ਦੀ ਆਰੰਭਤਾ ਕਰਦੇ ਹਾਂ ਜੀ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇੱਕ ਵਾਰ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਇਸ ਗੁਰਮਤਿ ਮਰਿਆਦਾ ਦੀ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਸੰਗਤ ਜੁੜ ਗਈ ਆ, ਆਪਾਂ ਕਲਾਸ ਦੀ ਆਰੰਭਤਾ ਕਰਦੇ ਹਾਂ। ਮੈਂ ਫਿਰ ਇੱਕ ਵਾਰੀ ਦੱਸ ਜਾਵਾਂ ਕਿ ਆਪਾਂ ਜੋ ਗੁਰਮਤਿ ਰਹਿਤ ਮਰਿਆਦਾ ਦੇ ਵਿੱਚ ਅੰਮ੍ਰਿਤ ਸੰਸਕਾਰ ਹੈ, ਅੰਮ੍ਰਿਤ ਕਿਵੇਂ ਛਕਾਇਆ ਜਾਂਦਾ ਹੈ, ਕਿਵੇਂ ਉਹਦੀ ਮਰਿਆਦਾ ਹੈ, ਉਹਦੇ ਬਾਰੇ ਆਪਾਂ ਜਿਹੜੀ ਹੈ ਗੱਲ ਕਰਨੀ ਆ। ਸੋ ਮੈਂ ਸਲਾਈਡ ਸ਼ੋਅ ਕਰਨ ਤੋਂ ਪਹਿਲਾਂ ਆਪਾਂ ਅੰਮ੍ਰਿਤ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਕਿ ਅੰਮ੍ਰਿਤ ਹੁੰਦਾ ਕੀ ਹੈ, ਤਾਂ ਕਿ ਆਪਣੀ ਪਕੜ ਦੇ ਵਿੱਚ ਗੱਲ ਆ ਜਾਵੇ ਕਿ ਅੰਮ੍ਰਿਤ ਸੰਸਕਾਰ ਕੀ ਹੈ। ਉਸ ਤੋਂ ਬਾਅਦ ਸਾਧ ਸੰਗਤ, ਅੰਮ੍ਰਿਤ ਜਿਹੜਾ ਹੈ ਉਹ ਬੜੇ ਮਨੁੱਖ ਇਸ ਸੰਸਾਰ ਤੇ ਜਿੰਨੇ ਵੀ ਆਏ ਹੁਣ ਤੱਕ, ਉਹ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਹੀ ਭੱਜਦੇ ਰਹੇ। ਅੰਮ੍ਰਿਤ ਦਾ ਜੇ ਅਰਥ ਦੇਖੀਏ ਤੇ ਅੰਮ੍ਰਿਤ ਦੇ ਅਰਥ ਬਣਦੇ ਆ ਆਮ੍ਰਿਤ, ਭਾਵ ਮੌਤ ਤੋਂ ਰਹਿਤ। ਜਿਹੜੀ ਚੀਜ਼ ਮਨੁੱਖ ਨੂੰ ਮੌਤ ਤੋਂ ਰਹਿਤ ਕਰ ਦਿੰਦੀ ਆ,
ਉਹਨੂੰ ਕਿਹਾ ਜਾਂਦਾ ਹੈ ਅੰਮ੍ਰਿਤ। ਤੇ ਇਸ ਦੇ ਬਾਰੇ ਇੱਕ ਇਤਿਹਾਸਿਕ ਸਾਖੀ ਵੀ ਹੈ, ਇਤਿਹਾਸਿਕ ਘਟਨਾ ਵੀ ਹੈ ਕਿ ਕਿੱਦਾਂ ਦੇਵਤਿਆਂ ਤੇ ਦੈਂਤਾਂ ਨੇ ਜਿਹੜਾ ਸੀ ਉਹਨਾਂ ਨੇ ਸਮੁੰਦਰ ਰਿੜਕਿਆ, ਜਿਹਦੇ ਵਿੱਚ ਉਹਨਾਂ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਈ ਤੇ 14 ਰਤਨ ਨਿਕਲੇ, ਜਿਹਦੇ ਵਿੱਚੋਂ ਇੱਕ ਰਤਨ ਜਿਹੜਾ ਸੀ ਉਹ ਅੰਮ੍ਰਿਤ ਸੀ, ਜਿਹਦੇ ਨਾਲ ਬੰਦਾ ਮੁਕਤ ਹੋ ਜਾਂਦਾ, ਜਿਹਦੇ ਨਾਲ ਬੰਦਾ ਸਦੀਵੀ ਤੌਰ ਤੇ ਜਿਉਂਦਾ ਰਹਿੰਦਾ। ਤੇ ਉਹਨਾਂ ਨੇ ਫਿਰ ਉਹ ਜਿਹੜਾ ਅੰਮ੍ਰਿਤ ਨਿਕਲਿਆ ਤੇ ਦੈਂਤਾਂ ਨੇ ਫਿਰ ਧੱਕੇ ਨਾਲ ਖੋਹ ਲਿਆ। ਤੇ ਫਿਰ ਉਸ ਤੋਂ ਬਾਅਦ ਇਤਿਹਾਸਕ ਹੈ ਕਿ ਫਿਰ ਵਿਸ਼ਨੂੰ ਨੇ ਮੋਹਨੀ ਅਵਤਾਰ ਬਣਾ ਕੇ ਤੇ ਉਹ ਅੰਮ੍ਰਿਤ ਉਹਨਾਂ ਕੋਲ ਲੈ ਕੇ ਦੇਵਤਿਆਂ ਨੂੰ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਇਸ ਸੰਸਾਰ ਤੇ ਜਿੰਨੇ ਵੀ ਆਏ ਆ ਮਨੁੱਖ, ਉਹਨਾਂ ਨੇ ਅੰਮ੍ਰਿਤ ਦੀ ਭਾਲ ਕੀਤੀ। ਉਹਨਾਂ ਨੂੰ ਲੱਗਾ ਕਿ ਅਸੀਂ ਇਸ ਸਰੀਰ ਤੌਰ ਦੇ ਉੱਤੇ ਜਿਹੜਾ ਅਮਰ ਹੋ ਜਾਈਏ, ਇਸ ਕਰਕੇ ਉਹਨਾਂ ਨੇ ਅੰਮ੍ਰਿਤ ਨੂੰ ਖੋਜਣਾ ਕੀਤਾ। ਤੇ ਬੜੇ ਐਸੇ ਜਿਹੜੇ ਆ ਰਾਜੇ ਮਹਾਬਲੀ ਹੋਏ ਜਿਨ੍ਹਾਂ ਨੇ ਅੰਮ੍ਰਿਤ ਦੀ ਖੋਜ ਕੀਤੀ। ਪਰ ਸਤਿਗੁਰਾਂ ਦੀ ਗੁਰਬਾਣੀ ਦਾ ਫਰਮਾਨ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਇਹ ਸਾਰੇ ਅੰਮ੍ਰਿਤ ਦੇ ਪਿੱਛੇ ਲੱਗੇ ਆ, ਅੰਮ੍ਰਿਤ ਲੱਭਦੇ ਪਏ ਆ। ਸੁਰ ਨਰ, ਸੁਰ ਤੋਂ ਭਾਵ ਅਸੁਰ ਜਿਹੜੇ ਦੇਵਤੇ, ਸੁਰ ਨਰ ਮੁਨ ਮੁੰਨੀ ਲੋਕ ਜਿਹੜੇ ਆ, ਨਰ ਤੋਂ ਭਾਵ ਮਨੁੱਖ, ਸੁਰ ਨਰ ਮੁਨ ਜਨ, ਜਨ ਜਿਹੜੇ ਆ ਸੇਵਕ, ਇਹ ਸਾਰੇ ਅੰਮ੍ਰਿਤ ਦੀ ਅਭਿਲਾਖਾ ਰੱਖਦੇ ਆ, ਅੰਮ੍ਰਿਤ ਨੂੰ ਲੱਭਦੇ ਫਿਰਦੇ ਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਇਹਦੇ ਤੋਂ ਪਾਇਆ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਦੁਆਰਾ ਅੰਮ੍ਰਿਤ ਦੀ ਪ੍ਰਾਪਤੀ ਹੈ। ਸਰੀਰ ਨੇ ਖਤਮ ਹੋ ਜਾਣਾ ਹੈ, ਉਹ ਸਰੀਰ ਨੂੰ ਅਮਰ ਕਰਨ ਵਾਸਤੇ ਅੰਮ੍ਰਿਤ ਲੱਭਦੇ ਸੀ, ਪਰ ਸਰੀਰ ਦਾ ਇੱਕ ਧਰਮ ਹੈ, ਸਰੀਰ ਦਾ ਇੱਕ ਨਿਯਮ ਹੈ, ਇਹਨੇ ਖਤਮ ਹੋਣਾ। ਪਰ ਜਿਹੜਾ ਅੰਮ੍ਰਿਤ ਹੈ ਉਹਦੇ ਨਾਲ ਮਨੁੱਖ ਸਦੀਵੀ ਜਿਉਂਦਾ ਕਿਵੇਂ ਰਹਿੰਦਾ ਹੈ? ਕਿਉਂਕਿ ਜਦੋਂ ਮਨੁੱਖ ਅੰਮ੍ਰਿਤ ਪੀ ਲੈਂਦਾ ਹੈ ਨਾ, ਫਿਰ ਉਹਦਾ ਜਿਹੜਾ ਹੈ ਜੀਵਨ ਤਬਦੀਲ ਹੋ ਜਾਂਦਾ ਹੈ। ਸਤਿਗੁਰ ਕੈ ਜਨਮੈ ਗਮਨ ਮਿਟਾਇਆ, ਫਿਰ ਉਹਦਾ ਗੁਰੂ ਘਰ ਦੇ ਵਿੱਚ ਜਨਮ ਹੁੰਦਾ ਹੈ। ਤੇ ਜਦੋਂ ਅੰਮ੍ਰਿਤ ਧਾਰੀ ਹੋ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ, ਫਿਰ ਉਹ ਸਦੀਵੀ ਤੌਰ ਤੇ ਜਿਵੇਂ ਭਗਤ ਜਨ ਜਿਉਂਦੇ ਹਨ, ਜਿਵੇਂ ਸਾਡੇ ਸ਼ਹੀਦ ਜਿਉਂਦੇ ਹਨ ਹੁਣ ਵੀ, ਜਿਨ੍ਹਾਂ ਨੂੰ ਅਸੀਂ ਆਪਣੇ ਚੇਤਿਆਂ 'ਚ ਯਾਦ ਕਰਦੇ ਹਾਂ, ਜਿੰਨੇ ਵੀ ਭੱਟ ਆ, ਜਿੰਨੇ ਵੀ ਭਗਤ ਆ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹ ਸਦੀਵੀ ਤੌਰ ਤੇ ਜਿਉਂਦੇ ਆ। ਕਿਉਂਕਿ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਪੀਤਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ, ਜਿਸ ਅੰਮ੍ਰਿਤ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ। ਦੂਸਰੀ ਗੱਲ, ਸਤਿਗੁਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗੁਰ ਮੰਤਰ ਹੀ ਨਸਤੈ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਿਸ਼ਟ ਨੈ, ਕੱਕ ਹੈ ਸਪਨੈ ਤੁਲ ਖਲੈ। ਭਾਵ ਜਿਹੜਾ ਮਨੁੱਖ ਗੁਰੂ ਦੇ ਮੰਤਰ ਤੋਂ ਹੀਨ ਹੁੰਦਾ ਹੈ, ਉਹ ਸੱਪ, ਕਾਂ, ਕੱਕ ਹੈ ਸਪਨੈ, ਇਹ ਕਾਂ ਸੱਪ ਵਰਗਾ ਉਹਦਾ ਜੀਵਨ ਹੁੰਦਾ ਹੈ, ਸੂਰ ਵਰਗਾ ਉਹਦਾ ਜੀਵਨ ਹੁੰਦਾ ਹੈ, ਜਿਹੜਾ ਮਨੁੱਖ ਗੁਰੂ ਦੇ ਮੰਤਰ ਤੋਂ ਹੀਣਾ ਹੁੰਦਾ ਹੈ। ਇਸ ਕਰਕੇ ਉਹਦੇ ਵਾਸਤੇ ਅੰਮ੍ਰਿਤ ਛਕ ਕੇ ਗੁਰੂ ਮੰਤਰ ਲੈਣਾ ਜਿਹੜਾ ਬੜਾ ਜ਼ਰੂਰੀ ਹੈ। ਤੇ ਸਾਡੇ ਭਾਰਤ ਦੀ ਇਹ ਸੰਸਕ੍ਰਿਤੀ ਹੈ, ਜੋ ਆਪਣਾ ਸਮੁੱਚੇ ਭਾਰਤ ਦੀ, ਕਿ ਇੱਥੇ ਗੁਰੂ ਧਾਰਨ ਦੀ ਜਿਹੜੀ ਹੈ ਨਾ ਮਰਿਆਦਾ ਸ਼ੁਰੂ ਤੋਂ ਹੀ ਰਹੀ ਹੈ। ਹਰ ਕੋਈ ਮਨੁੱਖ ਗੁਰੂ ਧਾਰਨ ਕਰਦਾ ਇੱਥੇ। ਤੇ ਸਤਿਗੁਰਾਂ ਨੇ ਕਿਹਾ ਹੈ ਕਿ ਨਿਗੁਰੇ ਕਾ ਹੈ ਨਾਉ ਬੁਰਾ, ਜਿਹੜਾ ਨਿਗੁਰਾ ਬੰਦਾ ਹੈ ਉਹਦਾ ਨਾਂ ਜਿਹੜਾ ਬੁਰਾ ਹੈ। ਇਸ ਕਰਕੇ ਗੁਰੂ ਧਾਰਨ ਕਰਨਾ ਹਰ ਮਨੁੱਖ ਦੇ ਲਈ ਬੜਾ ਜ਼ਰੂਰੀ ਹੈ। ਤੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਲੋਕ ਗੁਰੂ ਧਾਰਨ ਕਰਦੇ ਆਏ ਆ। ਤੇ ਇਸੇ ਤਰ੍ਹਾਂ ਸਿੱਖਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਜੇ ਗੁਰੂ ਧਾਰਨ ਕਰਨਾ ਤੇ ਉਹ ਸੱਚਾ ਗੁਰੂ ਧਾਰਨ ਕਰੋ। ਤੇ ਸੱਚਾ ਗੁਰੂ ਕੌਣ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕੋਲੋਂ ਅਸੀਂ ਗਿਆਨ ਲੈ ਕੇ ਆਪਣੇ ਜੀਵਨ ਨੂੰ ਇੱਕ ਚੰਗੇ ਤਰੀਕੇ ਨਾਲ ਢਾਲਦੇ ਹਾਂ। ਤੇ ਦਸ਼ਮੇਸ਼ ਜੀ ਦਾ ਅੰਮ੍ਰਿਤ ਲੈ ਕੇ ਹੀ ਅਸੀਂ ਗੁਰੂ ਵਾਲੇ ਬਣਦੇ ਹਾਂ। ਸਾਡਾ ਫਿਰ ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਜਿਹੜਾ ਗੱਲ ਸਤਿਗੁਰਾਂ ਨੇ ਕਹੀ ਹੈ ਕਿ ਫਿਰ ਸਾਡਾ ਗੁਰੂ ਘਰ ਦੇ ਵਿੱਚ ਜਨਮ ਹੁੰਦਾ ਹੈ। ਸੋ ਇਸ ਕਰਕੇ ਇਹ ਜਿਹੜਾ ਅੰਮ੍ਰਿਤ ਹੈ, ਹਰ ਉਸ ਸਿੱਖ ਨੂੰ ਜਿਹੜਾ ਗੁਰੂ ਦੇ ਉੱਤੇ ਭਰੋਸਾ ਰੱਖਦਾ ਹੈ, ਜਿਹੜਾ ਅਕਾਲ ਦੇ ਉੱਤੇ ਭਰੋਸਾ ਰੱਖਦਾ, ਉਹਦੇ ਵਾਸਤੇ ਅੰਮ੍ਰਿਤ ਧਾਰੀ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਨੂੰ ਤੇ ਖੁਦ ਵੀ ਜਿਹੜਾ ਹੈ ਉਹਨਾਂ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਕਰਕੇ ਅੰਮ੍ਰਿਤ ਦੀ ਦਾਤ ਜਿਹੜੀ ਸੀ ਉਹ ਮੰਗੀ। ਤਾਂ ਹੀ ਅਸੀਂ ਕਹਿੰਦੇ ਹਾਂ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਵਾਹਿਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਗੁਰੂ ਵੀ ਹੋ ਤੇ ਚੇਲੇ ਵੀ ਹੋ, ਕਿਉਂਕਿ ਆਪ ਜੀ ਨੇ ਗੁਰੂ ਰੂਪ ਹੋ ਕਰਕੇ ਅੰਮ੍ਰਿਤ ਦੀ ਦਾਤ ਵੀ ਦਿੱਤੀ। ਫਿਰ ਉਸ ਤੋਂ ਬਾਅਦ ਆਪ ਹੀ ਹੱਥ ਫੈਲਾ ਕੇ ਜਿਹੜਾ ਹੈ ਅੰਮ੍ਰਿਤ ਦੀ ਅਭਿਲਾਸ਼ਾ ਕੀਤੀ ਤੇ ਆਪ ਜੀ ਨੇ ਅੰਮ੍ਰਿਤ ਛਕਿਆ। ਇਸ ਕਰਕੇ ਹਰ ਸਿੱਖ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ, ਜਿਹੜਾ ਇਹ ਗੱਲ ਕਹਿੰਦਾ ਕਿ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦਾ ਕੀ ਫਾਇਦਾ, ਤੇ ਉਹਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਮਨ ਤੇ ਨਹੀਂ ਨਾ ਕਿਸੇ ਦਾ ਸਾਫ਼ ਹੋ ਸਕਦਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਪਿਆਰਿਆਂ ਦੇ ਅੱਗੇ ਦੋਵੇਂ ਹੱਥ ਜਿਹੜਾ ਆ ਅੱਗੇ ਕਰਕੇ ਅੰਮ੍ਰਿਤ ਦੀ ਦਾਤ ਲੈ ਸਕਦੇ ਆ, ਤੇ ਅਸੀਂ ਕਿਉਂ ਪਿੱਛੇ ਰਹੀਏ, ਕਿਉਂਕਿ ਜੀਵਨ ਵਾਰ-ਵਾਰ ਨਹੀਂ ਮਿਲਣਾ। ਇਸ ਕਰਕੇ ਗੁਰੂ ਵਾਲੇ ਹੋ ਕਰਕੇ ਆਪਣਾ ਜੀਵਨ ਬਿਤਾਉਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਦੂਸਰੀ ਗੱਲ ਇੱਥੇ ਇੱਕ ਹੋਰ ਕਿ ਸਾਡੇ ਇਤਿਹਾਸ ਵਿੱਚ ਅੰਮ੍ਰਿਤ ਦੇ ਕੀ ਲੱਖਣ ਹਨ। ਇਹ ਮੰਨਿਆ ਜਾਂਦਾ ਹੈ, ਸਾਡਾ ਇਤਿਹਾਸ ਕਹਿੰਦਾ ਹੈ, ਭਾਈ ਗੁਰਦਾਸ ਜੀ ਨੇ ਲਿਖਿਆ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਕਿ ਜਦੋਂ ਸਤਿਗੁਰੂ ਸਾਹਿਬ ਕਿਸੇ ਨੂੰ ਆਪਣਾ ਸਿੱਖ ਬਣਾਉਂਦੇ ਸਨ ਤੇ ਆਪਣੀ ਚਰਨ ਪੌਲ ਉਹਨੂੰ ਛਕਾਇਆ ਕਰਦੇ ਸਨ। ਭਾਈ ਗੁਰਦਾਸ ਜੀ ਦਾ ਬਿਆਨ ਹੈ ਕਿ ਉਹਨੂੰ ਸਤਿਗੁਰੂ ਜਿਹੜਾ ਸੀ ਆਪਣਾ ਚਰਨ ਪੌਲ ਛਕਾ ਕੇ ਆਪਣਾ ਸਿੱਖ ਬਣਾਉਂਦੇ ਸਨ। ਫਿਰ ਉਹ ਸਿੱਖ ਬਣ ਕੇ ਸਤਿਗੁਰਾਂ ਦੇ ਹਜ਼ੂਰ ਰਹਿ ਕੇ ਜਿਹੜਾ ਸੀ ਆਪਣਾ ਸਤਿਗੁਰੂ ਦੀ ਸਿੱਖਿਆਵਾਂ ਦੇ ਨਾਲ ਆਪਣਾ ਜੀਵਨ ਜਿਹੜਾ ਸੀ ਉਹ ਬਤੀਤ ਕਰਦਾ ਸੀ। ਫਿਰ ਉਸ ਤੋਂ ਬਾਅਦ ਜਦੋਂ 10ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਕੁਝ ਇਤਿਹਾਸਕਾਰ ਇਹ ਵੀ ਗੱਲ ਕਹਿੰਦੇ ਆ ਕਿ ਜਦੋਂ 6ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ 6ਵੇਂ ਪਾਤਸ਼ਾਹ ਜੀ ਨੇ ਹੀ ਜਿਹੜਾ ਕਿਰਪਾਨ ਦੇ ਨਾਲ ਜਲ ਛੁਹਾ ਕੇ ਸੰਗਤ ਨੂੰ ਪਿਆਉਣਾ ਸ਼ੁਰੂ ਕਰ ਦਿੱਤਾ ਸੀ ਤੇ ਚਰਨ ਪੌਲ ਦੀ ਰੀਤ ਜਿਹੜੀ ਸੀ ਬੰਦ ਕਰ ਦਿੱਤੀ। ਤੇ ਕੁਝ ਇਤਿਹਾਸਕਾਰ ਇਹ ਗੱਲ ਮੰਨਦੇ ਆ ਕਿ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਖੰਡਾ ਫੇਰ ਕੇ ਪਤਾਸੇ ਪਾ ਕੇ ਉਸ ਜਲ ਦੇ ਵਿੱਚ, ਤੇ ਫਿਰ ਜਿਹੜੀ ਆ ਚਰਨ ਪੌਲ ਦੀ ਮਰਿਆਦਾ ਬੰਦ ਕੀਤੀ। ਇਹ ਦੋ ਤਰ੍ਹਾਂ ਦੇ ਵਿਚਾਰ ਹਨ। ਸੋ ਰੋ ਵਿਚਾਰ ਕੇ ਸਤਿਗੁਰੂ ਜਿਸ ਵੀ ਸਿੱਖ ਨੂੰ ਆਪਣਾ ਸਿੱਖ ਬਣਾਉਂਦੇ ਸਨ, ਜਿਸ ਵੀ ਮਨੁੱਖ ਨੂੰ, ਜਿਸ ਵੀ ਜਗਿਆਸੂ ਨੂੰ, ਉਹਨੂੰ ਆਪਣਾ ਪੈਰ ਛੁਹਾ ਕੇ ਅੰਮ੍ਰਿਤ ਦੀ ਜਿਹੜੀ ਹੈ ਚਰਨ ਪੌਲ ਦੀ ਦਾਤ ਜਿਹੜੀ ਉਹ ਦਿੰਦੇ ਸਨ, ਤੇ ਜਿਹਦੇ ਨਾਲ ਇਹ ਪੱਕਾ ਹੋ ਜਾਂਦਾ ਸੀ ਕਿ ਇਹ ਗੁਰੂ ਦਾ ਸਿੱਖ ਹੈ। ਤੇ ਫਿਰ ਇਸ ਮਰਿਆਦਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਕਾ ਲਾਗੂ ਕਰਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ, ਉਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਤਿਗੁਰਾਂ ਨੇ ਜਿਹੜਾ ਇਹ ਪੱਕਾ ਹੀ ਵਿਧੀ ਵਿਧਾਨ ਬੰਨ ਦਿੱਤਾ ਕਿ ਹੁਣ ਇਹ ਜਿਹੜੇ ਪੰਜ ਹੈ ਇਹ ਅੱਗੇ ਅੰਮ੍ਰਿਤ ਛਕਾਇਆ ਕਰਨ। ਸੋ ਇਸ ਤਰ੍ਹਾਂ ਇਹ ਸਾਡੇ ਧਰਮ ਦੇ ਵਿੱਚ ਇੱਕ ਰਹੁ ਰੀਤ ਹੈ, ਜਿਹਦੀ ਆਪਾਂ ਗੱਲ ਅੱਜ ਵਿਚਾਰਨੀ ਹੈ ਕਿ ਅੰਮ੍ਰਿਤ ਦੀ ਕੀ ਵਿਧੀ ਹੁੰਦੀ ਹੈ, ਕਿਵੇਂ ਛਕਾਇਆ ਜਾਂਦਾ ਹੈ, ਤੇ ਉਹ ਆਪਾਂ ਅੱਜ ਜਿਹੜੀ ਵਿਧੀ ਹੈ ਉਹ ਵਿਚਾਰਨੀ ਹੈ। ਤੋ ਆਪ ਜੀ ਦੇ ਨਾਲ ਮੈਂ ਜੋ ਪਹਿਲੀ ਸਲਾਈਡ ਹੈ ਉਹ ਸ਼ੋਅ ਕਰ ਦੇਵਾਂ ਤਾਂ ਕਿ ਆਪ ਜੀ ਨੂੰ ਪੜ੍ਹਨਾ ਸੌਖਾ ਹੋ ਜਾਵੇ। ਵਾਹਿਗੁਰੂ। ਅੰਮ੍ਰਿਤ ਸੰਸਕਾਰ ਆਪ ਜੀ ਦੀ ਸਕਰੀਨ ਉੱਤੇ ਆ ਗਿਆ ਹੈ ਜੀ, ਪੜ੍ਹ ਸਕਦੇ ਹੋ। ਪਹਿਲੇ ਨੰਬਰ ਤੇ ਕੀ ਹੈ ਜੀ, ਅੰਮ੍ਰਿਤ ਛਕਾਉਣ ਲਈ ਇੱਕ ਖਾਸ ਅਸਥਾਨ ਤੇ ਪ੍ਰਬੰਧ ਹੋਵੇ, ਉੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਜਿਸ ਜਗ੍ਹਾ ਦੇ ਉੱਤੇ ਅੰਮ੍ਰਿਤ ਛਕਾਇਆ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ, ਉੱਥੇ ਅਲੱਗ ਹੀ ਇੱਕ ਜਿਹੜਾ ਸਿਸਟਮ ਉਹ ਬਣਾ ਲਿਆ ਜਾਵੇ, ਤੇ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਅੰਮ੍ਰਿਤ ਛਕਾਉਣ ਦਾ ਜਿੱਥੇ ਕੰਮ ਕਰਨਾ ਹੈ, ਜਿਸ ਜਗ੍ਹਾ ਦੇ ਉੱਤੇ ਅੰਮ੍ਰਿਤ ਛਕਾਉਣ ਦੀ ਵਿਧੀ ਅਪਣਾਈ ਜਾਣੀ ਆ, ਉਸ ਜਗ੍ਹਾ ਦੇ ਉੱਤੇ ਆਮ ਲੋਕਾਂ ਦਾ ਲਾਂਘਾ ਨਹੀਂ ਹੋਣਾ ਚਾਹੀਦਾ। ਨੰਬਰ ਐੜਾ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ 6 ਤਿਆਰ ਪਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਚੋਂ ਇੱਕ ਤਾਬਿਆ ਬੈਠੇ ਤੇ ਬਾਕੀ 5 ਅੰਮ੍ਰਿਤ ਛਕਾਉਣ ਲਈ ਹੋਣ। ਇਹਨਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ। ਇਹਨਾਂ ਸਾਰਿਆਂ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ। ਦੂਸਰਾ ਨੰਬਰ ਕਿ ਜਿਸ ਜਗ੍ਹਾ ਦੇ ਉੱਤੇ ਅੰਮ੍ਰਿਤ ਛਕਾਉਣਾ ਹੈ ਉੱਥੇ ਸਭ ਤੋਂ ਪਹਿਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਲਾਜ਼ਮੀ ਆ। ਫਿਰ 6 ਜਿਹੜੇ ਆ ਤਿਆਰ ਬਰ ਤਿਆਰ ਸਿੰਘ ਜਾਂ ਸਿੰਘਣੀ ਆ, ਕੋਈ ਵੀ ਹੋ ਸਕਦੇ ਆ,
ਭਾਵੇਂ 3 ਸਿੰਘਣੀਆਂ ਜਾਂ 2 ਸਿੰਘ ਜਾਂ 3, ਇਹ ਭਾਵੇਂ 1 ਸਿੰਘਣੀ ਵੀ ਹੋ ਸਕਦੀ, 2 ਵੀ ਹੋ ਸਕਦੀਆਂ, ਭਾਵੇਂ 5 ਵੀ ਹੋ ਸਕਦੀਆਂ, 6 ਵੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਸਿੰਘ ਤੇ ਸਿੰਘਣੀਆਂ ਦੀ ਗੱਲ ਇੱਥੇ ਪੰਥ ਨੇ ਕੀਤੀ ਹੈ ਕਿ ਤਿਆਰ ਬਰ ਤਿਆਰ ਹੋਣ ਅੰਮ੍ਰਿਤ ਛਕਾਉਣ ਵਾਸਤੇ, ਤੇ 6 ਜਾਣੇ ਹੋਣ ਜਿਨ੍ਹਾਂ ਵਿੱਚੋਂ ਇੱਕ ਸਿੰਘ ਤਾਬਿਆ ਬੈਠ ਜਾਵੇ ਤੇ ਬਾਕੀ ਜਿਹੜੇ 5 ਆ ਉਹ ਅੰਮ੍ਰਿਤ ਛਕਾਉਣ ਲਈ ਅੱਗੇ ਆ ਜਾਣ। ਇਹਨਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ, ਆਪਾਂ ਗੱਲ ਵਿਚਾਰ ਲਈ ਹੈ ਕਿ ਇਹਨਾਂ ਦੇ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ, ਪਰ ਇੰਝ ਆ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਚੜ੍ਹਦੀ ਕਲਾ ਵਾਲਾ ਜੀਵਨ ਹੋਣਾ ਚਾਹੀਦਾ ਹੈ, ਉਹ ਭਾਵੇਂ ਸਿੰਘ ਹੋਣ ਤੇ ਭਾਵੇਂ ਸਿੰਘਣੀਆਂ ਹੋਣ। ਇਹਨਾਂ ਸਾਰਿਆਂ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ। ਕੇਸ਼ੀ ਇਸ਼ਨਾਨ ਕਰਨਾ ਜਿਹੜਾ ਹੈ ਉਹ ਲਾਜ਼ਮੀ ਹੈ। ਇਹਨਾਂ 6 ਜਾਣਿਆਂ ਨੇ ਆਪਣਾ ਕੇਸ਼ੀ ਇਸ਼ਨਾਨ ਜਿਹੜਾ ਹੈ ਉਹ ਕੀਤਾ ਹੋਣਾ ਚਾਹੀਦਾ ਹੈ। ਨੰਬਰ ਈਡੀ, ਇਹਨਾਂ 5 ਪਿਆਰਿਆਂ ਵਿੱਚ ਕੋਈ ਅੰਗਹੀਨ ਬ੍ਰੈਕਟ ਦੇ ਵਿੱਚ ਹੈ ਅੰਨਾ, ਕਾਣਾ, ਲੰਗਾ, ਲੂਲਾ ਜਾਂ ਦੀਰਘ ਰੋਗ ਵਾਲਾ ਨਾ ਹੋਵੇ। ਭਾਵ ਜੇ ਕਿਸੇ ਦਾ ਅੰਗਹੀਣ ਹੈ ਉਹ ਇਹਨਾਂ ਦੇ ਵਿੱਚ ਨਹੀਂ ਲੱਗ ਸਕਦਾ, ਜਾਂ ਕਿਸੇ ਨੂੰ ਕੋਈ ਦੀਰਘ ਰੋਗ ਲੱਗਾ ਹੈ, ਕਿਸੇ ਨੂੰ ਕੋਈ ਬਹੁਤ ਅਸਾਧ ਰੋਗ ਜਿਹੜਾ ਨਾ ਖਤਮ ਹੋਣ ਵਾਲਾ ਕੋਈ ਰੋਗ ਲੱਗਾ ਹੋਵੇ, ਉਹ ਇਹਦੇ ਵਿੱਚ ਨਹੀਂ ਲੱਗ ਸਕਦਾ। 5 ਪਿਆਰਿਆਂ ਵਿੱਚ ਕੋਈ ਤਨਖਾਹੀਆ ਨਾ ਹੋਵੇ। ਤਨਖਾਹੀਆ ਤੋਂ ਭਾਵ ਜਿਹੜਾ ਹੈ ਅੱਗੇ ਆਪਾਂ ਪੜਾਂਗੇ 4 ਬੱਜਰ ਗ੍ਰਹਿਤਾਂ ਬਾਰੇ। ਜਿਸ ਮਨੁੱਖ ਨੇ ਉਹ 4 ਬੱਜਰ ਗ੍ਰਹਿਤਾਂ ਕੀਤੀਆਂ ਹੋਣ ਉਹ ਜਿਹੜਾ ਅੰਮ੍ਰਿਤ ਛਕਾਉਣ ਵਿੱਚ ਨਹੀਂ ਲੱਗ ਸਕਦਾ। ਜਿਵੇਂ ਕੇਸਾਂ ਦੀ ਬੇਅਦਬੀ, ਤੇ ਜਿਹਨੇ ਕੁੱਠਾ ਮਾਸ ਖਾਧਾ ਹੋਵੇ, ਤੇ ਜਿਸ ਨੇ ਪਰ ਇਸਤਰੀ ਪਰ ਪੁਰਸ਼ ਗਮਨ ਕੀਤਾ ਹੋਵੇ ਜਾਂ ਤੰਬਾਕੂ ਦਾ ਸੇਵਨ ਕੀਤਾ ਹੋਵੇ, ਉਹ ਮਨੁੱਖ ਜਿਹੜਾ ਹੈ ਇਹਨਾਂ 5 ਪਿਆਰਿਆਂ ਦੇ ਵਿੱਚ ਨਹੀਂ ਲੱਗ ਸਕਦਾ, ਉਹ ਤਨਖਾਹੀਆ ਹੈ। 4 ਬੱਜਰ ਗ੍ਰਹਿਤਾਂ ਕਰਨ ਵਾਲਾ ਤਨਖਾਹੀਆ ਇਹਨਾਂ ਦੇ ਵਿੱਚ ਨਹੀਂ ਲੱਗ ਸਕਦਾ। ਸਾਰੇ ਤਿਆਰ ਬਰ ਤਿਆਰ ਦਰਸ਼ਨੀ ਸਿੰਘ ਹੋਣ। ਜਿਹੜੇ ਸਿੰਘ ਅੰਮ੍ਰਿਤ ਛਕਾਉਣ ਵਾਲੇ ਉਹ ਤਿਆਰ ਬਰ ਤਿਆਰ ਤੇ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਹੋਣ, ਗੁਰੂ ਨਾਲ ਇਕਮਿਕ ਹੋਏ ਹੋਣ, ਉਹ ਬਾਣੀ ਪੜ੍ਹਨ ਵਾਲੇ ਹੋਣ। ਇਹ ਨਹੀਂ ਕਿ ਆਪਣਾ ਅੰਮ੍ਰਿਤ ਵੇਲੇ ਦਾ ਤੇ ਸ਼ਾਮ ਦਾ ਨਿਤਨੇਮ ਵੀ ਨਾ ਕਰਦੇ ਹੋਣ ਤੇ ਆਣ ਕੇ ਅੰਮ੍ਰਿਤ ਛਕਾਉਣ ਲੱਗ ਜਾਣ। ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਨਹੀਂ ਹੋਣਾ ਚਾਹੀਦਾ। ਤਿਆਰ ਬਰ ਤਿਆਰ ਤੇ ਚੜ੍ਹਦੀ ਕਲਾ ਵਾਲੇ ਦਰਸ਼ਨੀ ਸਿੰਘ ਹੋਣੇ ਚਾਹੀਦੇ ਆ ਜਿਹਨੇ ਅੰਮ੍ਰਿਤ ਛਕਾਉਣਾ। ਨੰਬਰ ਸੱਸਾ, ਹਰ ਦੇਸ਼, ਹਰ ਮਜ਼ਹਬ ਤੇ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਕੋਈ ਵੀ ਮਜ਼ਹਬ ਦਾ, ਕਿਸੇ ਵੀ ਦੇਸ਼ ਦਾ ਮਨੁੱਖ ਹੋ ਸਕਦਾ ਹੈ, ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਕੋਈ ਵੀ ਇਸਤਰੀ ਜਾਂ ਪੁਰਸ਼ ਜਿਹੜਾ ਹੈ ਉਹ ਅੰਮ੍ਰਿਤ ਛਕਣ ਦਾ ਅਧਿਕਾਰੀ ਹੋ ਸਕਦਾ, ਪਰ ਸ਼ਰਤ ਇਹ ਆ ਕਿ ਉਹ ਸਿੱਖ ਧਰਮ ਗ੍ਰਹਿਣ ਕਰਕੇ ਉਹਦੇ ਅਸੂਲਾਂ ਉੱਤੇ ਚੱਲਣ ਦਾ ਪ੍ਰਣ ਕਰੇ, ਪੱਕਾ ਕਰੇ ਕਿ ਮੈਂ ਜਿਹੜਾ ਹੈ ਉਹ ਸਿੱਖ ਧਰਮ ਦੇ ਅਸੂਲਾਂ ਦੇ ਉੱਤੇ ਚੱਲਾਂਗਾ। ਮੈਂ ਸਾਰੇ ਹੀ ਜੋ ਅੰਮ੍ਰਿਤਧਾਰੀ ਸਿੰਘ ਕਿਰਿਆਵਾਂ ਨਿਭਾਉਂਦੇ ਆ ਉਵੇਂ ਹੀ ਨਿਭਾਵਾਂਗਾ। ਮੈਂ ਪਿਛਲੇ ਕਰਮ ਕਾਂਡ ਜਿਹੜੇ ਉਹ ਛੱਡ ਦੇਵਾਂਗਾ। ਇਹ ਉਹਨੂੰ ਪ੍ਰਣ ਕਰਨਾ ਜਿਹੜਾ ਉਹ ਜ਼ਰੂਰੀ ਹੈ। ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ। ਛੋਟੀ ਅਵਸਥਾ ਦਾ ਨਾ ਹੋਵੇ, ਕੋਈ ਬੱਚਾ ਬਿਲਕੁਲ ਜਿਹਨੂੰ ਹੋਸ਼ ਹੀ ਨਹੀਂ, ਉਹ ਨਾ ਹੋਵੇ। ਉਹਨੇ ਹੋਸ਼ ਸੰਭਾਲੀ ਹੋਵੇ, ਉਹਨੂੰ ਗੱਲ ਦਾ ਪਤਾ ਹੋਵੇ ਕਿ ਅੰਮ੍ਰਿਤ ਕੀ ਹੈ, ਬਾਣੀ ਪੜ੍ਹਨੀ ਕੀ ਹੈ, ਉਹਨੇ ਹੋਸ਼ ਸੰਭਾਲੀ ਹੋਵੇ। ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇੱਕ 5 ਕਕਾਰ, ਜਿਹੜਾ ਹਰ ਸਿੱਖ ਆ ਜਿਹਨੇ ਅੰਮ੍ਰਿਤ ਛਕਣਾ ਉਹਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ ਤੇ ਉਹਦੇ ਕੋਲ 5 ਕਕਾਰ, ਪਹਿਲਾ ਕੇਸ ਜਿਹੜੇ ਹਨ ਉਹ ਸਾਬਤ ਰਹਿਣ, ਉਸੇ ਤਰ੍ਹਾਂ ਹੀ ਹੋਣ, ਜਾਂ ਉਸਨੇ ਆਪਣੇ ਕੇਸ ਜਿਹੜੇ ਆ ਜੇ ਧਾਰਨ ਕੀਤੇ ਆ ਤੇ ਥੋੜੇ ਥੋੜੇ ਉਹਦੇ ਲੰਬੇ ਹੋ ਗਏ ਆ ਤੇ ਪ੍ਰਣ ਕਰੇ ਕਿ ਮੈਂ ਅੱਗੇ ਤੋਂ ਨਹੀਂ ਕਟਾਵਾਂਗਾ ਕੇਸ। ਫਿਰ ਕਿਰਪਾਨ, ਉਹਦੇ ਗਾਤਰੇ ਵਾਲੀ ਕਿਰਪਾਨ ਇੱਕ ਹੋਣੀ ਚਾਹੀਦੀ ਆ। ਕਛਹਿਰਾ ਉਹਨੇ ਪਹਿਨਿਆ ਹੋਵੇ, ਕੰਘਾ ਸਿਰ ਤੇ ਲਾਇਆ ਹੋਵੇ ਤੇ ਕੜਾ ਗੁੱਟ ਦੇ ਵਿੱਚ ਪਾਇਆ ਹੋਵੇ। ਇਹਨਾਂ 5 ਕਕਾਰਾਂ ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ। ਇਹ ਨਾ ਹੋਵੇ ਕਿ ਗਲ ਦੇ ਵਿੱਚ ਉਹਨੇ ਕੋਈ ਫੋਟੋ ਪਾਈ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਕ੍ਰਾਸ ਪਾਇਆ ਹੋਵੇ, ਕੁਛ ਵੀ ਜਿਹੜਾ ਆਪਾਂ ਅਨਮਤ ਦਾ ਕੋਈ ਵੀ ਚਿੰਨ੍ਹ ਕਹਿੰਦੇ ਆ, ਇਹੋ ਜਿਹਾ ਉਹਦੇ ਕੋਲ ਨਾ ਹੋਵੇ। ਅਨਮਤ ਦਾ ਕੋਈ ਵੀ ਚਿੰਨ੍ਹ, ਕੋਈ ਗੁੱਟ ਦੇ ਉੱਤੇ ਧਾਗਾ ਮੌਲੀ ਨਾ ਬੰਨਿਆ ਹੋਵੇ। ਸਿਰ ਨੰਗਾ ਜਾਂ ਟੋਪੀ ਨਾ ਹੋਵੇ। ਸਿਰ ਜਿਹੜਾ ਉਹ ਨੰਗਾ ਨਾ ਹੋਵੇ, ਸਿਰ ਢੱਕਿਆ ਹੋਵੇ। ਜੇ ਬੀਬੀ ਆ ਤੇ ਉਹਨੇ ਸਿਰ ਦੇ ਉੱਤੇ ਆਪਣਾ ਕੱਪੜਾ ਜਿਹੜਾ ਚੁੰਨੀ ਹੈ ਉਹ ਲਈ ਹੋਵੇ,
ਤੇ ਜੇ ਮਰਦ ਹੈ ਤੇ ਉਹਨੇ ਆਪਣੀ ਦਸਤਾਰ ਜਿਹੜੀ ਉਹ ਬੰਨੀ ਹੋਵੇ, ਕੋਈ ਟੋਪੀ ਜਾਂ ਨੰਗੇ ਸਿਰ ਉੱਤੇ ਨਾ ਹੋਵੇ। ਛੇਦਕ ਗਹਿਣੇ ਕੋਈ ਨਾ ਹੋਣ। ਛੇਦਕ ਗਹਿਣੇ ਕਿਹੜੇ ਹੁੰਦੇ ਆ? ਜਿਹੜੇ ਆਪਾਂ ਨੱਕ ਛੇਕ ਕੇ, ਕੰਨ ਛੇਕ ਕੇ ਪਾਏ ਹੁੰਦੇ ਆ, ਉਹ ਗਹਿਣਾ ਜਿਹੜਾ ਹੈ ਉਹ ਨਾ ਹੋਵੇ ਕੋਲ। ਇਹਦੀ ਮਨਾਹੀ ਹੈ ਪੰਥ ਵਿੱਚ ਛੇਦਕ ਗਹਿਣੇ ਪਾਉਣ ਦੀ। ਇਹ ਯਾਦ ਰੱਖਿਓ ਕਿ ਛੇਦਕ ਗਹਿਣੇ ਜਿਹੜੇ ਆ ਉਹ ਨਾ ਪਹਿਨੇ ਹੋਣ, ਤੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਇਹ ਨਹੀਂ ਪਹਿਨਣੇ। ਛੇਦਕ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖੜੇ ਹੋਣ। ਸਾਰੇ ਹੀ ਜਿਹਨੇ ਅੰਮ੍ਰਿਤ ਛਕਣਾ ਉਹ ਆਣ ਕੇ ਅਦਬ ਦੇ ਨਾਲ ਗੁਰੂ ਸਾਹਿਬ ਦੇ ਹਜ਼ੂਰ ਹੱਥ ਜੋੜ ਕੇ ਖੜਾ ਹੋ ਜੇ, ਤੇ ਉਹਨੇ ਕੇਸੀ ਇਸ਼ਨਾਨ ਕੀਤਾ ਹੋਵੇ, 5 ਕਕਾਰ ਪਹਿਨੇ ਹੋਣ, ਅੰਨ-ਮੱਤ ਦਾ ਕੋਈ ਚਿੰਨ੍ਹ ਨਾ ਉਹਦੇ ਕੋਲ ਹੋਵੇ, ਸਿਰ ਤੇ ਦਸਤਾਰ ਸਜਾਈ ਹੋਵੇ ਜਾਂ ਚੁੰਨੀ ਲਈ ਹੋਵੇ, ਕੰਨ ਛੇਦਕ, ਨੱਕ ਛੇਦਕ ਕੋਈ ਇਸ ਤਰ੍ਹਾਂ ਦਾ ਗਹਿਣਾ ਉਹਨੇ ਨਾ ਪਾਇਆ ਹੋਵੇ, ਤੇ ਸਤਿਗੁਰਾਂ ਦੇ ਹਜ਼ੂਰ ਆ ਕੇ ਖੜ ਜਾਵੇ। ਨੰਬਰ ਹਾਹਾ। ਜੇ ਕਿਸੇ ਨੇ ਕੁਰੈਹਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ 5 ਪਿਆਰੇ ਤਨਖਾਹ ਲਾ ਲੈਣ। ਅੰਮ੍ਰਿਤ ਛਕਾਉਣ ਤੋਂ ਪਹਿਲਾਂ 5 ਪਿਆਰੇ ਆਵਾਜ਼ਾਂ ਦਿੰਦੇ ਆ ਇੱਕ, ਕਿ ਭਾਈ ਜਿਹਨੇ ਦੁਬਾਰਾ ਅੰਮ੍ਰਿਤ ਛਕਣਾ ਉਹ ਖੜਾ ਹੋ ਜਾਏ। ਫਿਰ ਜਿਹੜੇ ਸਿੱਖ ਬੈਠੇ ਹੁੰਦੇ ਆ ਸਾਹਮਣੇ, ਉਹਨਾਂ ਦੇ ਵਿੱਚ ਜਿਹਨੇ ਦੁਬਾਰਾ ਅੰਮ੍ਰਿਤ ਛਕਣ ਵਾਸਤੇ ਆਏ ਹੁੰਦੇ ਆ, ਉਹ ਖੜੇ ਹੋ ਜਾਂਦੇ ਆ। ਫਿਰ ਉਹਨਾਂ ਦੇ ਵਿੱਚੋਂ ਕੱਲੇ ਕੱਲੇ ਨੂੰ ਬੁਲਾ ਕੇ ਉਹਦੀ ਕੀ ਮਜਬੂਰੀ ਸੀ, ਕਿਉਂ ਉਹਨੇ ਅੰਮ੍ਰਿਤ ਜਿਹੜਾ ਹੈ ਛਕਿਆ ਸੀ, ਤੇ ਕਿਉਂ ਹੁਣ ਛੱਡ ਦਿੱਤਾ, ਕਿਰਪਾਨ ਪਹਿਨਦਾ ਹੈ ਜਾਂ 5 ਕਕਾਰ ਪਹਿਨਦਾ ਹੈ, ਨਹੀਂ ਪਹਿਨਦਾ, ਉਹ ਸਾਰੀ ਗੱਲ ਉਹਨਾਂ ਦੇ ਕੋਲੋਂ ਪੁੱਛੀ ਜਾਂਦੀ ਹੈ। ਫਿਰ ਉਸ ਹਿਸਾਬ ਦੇ ਨਾਲ ਉਹਨੂੰ ਤਨਖਾਹ ਲਾਈ ਜਾਂਦੀ। ਜੇ ਉਹਨੇ ਜਾਣ ਬੁੱਝ ਕੇ ਬੱਜਰ ਕੁਰੈਤਾਂ ਕੀਤੀਆਂ, ਫਿਰ 5 ਪਿਆਰੇ ਨੂੰ ਸਖਤੀ ਦੇ ਨਾਲ ਤਾੜਨਾ ਕਰਕੇ ਤੇ ਉਹਨੂੰ ਤਨਖਾਹ ਲਾਉਂਦੇ ਆ। ਤੇ ਜੇ ਕਿਸੇ ਨੇ ਕੋਈ ਬੇਅਦਬੀ, ਜਿਵੇਂ ਮੈਡੀਕਲ ਤੌਰ ਦੇ ਉੱਤੇ ਹੋ ਜਾਂਦੀ ਹੈ, ਕਿਸੇ ਦੀ ਮੈਡੀਕਲ ਮਜਬੂਰੀ ਹੋ ਜਾਂਦੀ ਹੈ, ਤੇ ਉਹਨੂੰ ਫਿਰ ਜਿਹੜਾ 5 ਪਿਆਰੇ ਅਰਦਾਸ ਕਰਕੇ ਉਹਦੀ ਭੁੱਲ ਬਖਸ਼ਾ ਦਿੰਦੇ ਆ, ਤੇ ਫਿਰ ਉਹਨੂੰ ਜਿਹੜੀ ਹੈ ਕੋਈ ਤਨਖਾਹ ਲਾ ਦਿੰਦੇ ਆ। ਇਸ ਤਰ੍ਹਾਂ ਫਿਰ ਜਿਹੜਾ ਹੈ ਤਨਖਾਹ 5 ਪਿਆਰੇ ਲਾ ਲੈਣ। ਨੰਬਰ ਕੱਕਾ। ਅੰਮ੍ਰਿਤ ਛਕਾਉਣ ਵਾਲੇ 5 ਪਿਆਰਿਆਂ ਚੋਂ ਕੋਈ ਇੱਕ ਸੱਜਣ ਅੰਮ੍ਰਿਤ ਛਕਣ ਦੇ ਅਭਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ। ਕੋਈ 5 ਚੋਂ ਇੱਕ ਜਾਣਾ, ਬਾਕੀ ਅੰਮ੍ਰਿਤ ਦੀ ਤਿਆਰੀ ਕਰਨ ਵਾਸਤੇ ਤਿਆਰ ਹੋ ਜਾਣ, ਤੇ ਇੱਕ ਜਿਹੜਾ ਸਿੰਘ ਹੈ ਉਹ ਸਾਰਿਆਂ ਨੂੰ ਜਿਹੜਾ ਹੈ ਉਹ ਸਿੱਖ ਧਰਮ ਦੇ ਅਸੂਲ ਸਮਝਾਵੇ। ਹੁਣ ਅਸੂਲ ਕੀ ਹਨ? ਸਿੱਖ ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਉਪਾਸਨਾ ਦੱਸੀ ਹੈ। ਸਿੱਖ ਧਰਮ ਦੇ ਵਿੱਚ ਕਿਰਤਮ ਪੂਜਾ ਜਿਹੜੀ ਉਹ ਬੰਦ ਹੈ, ਭਾਵ ਮੂਰਤੀ ਪੂਜਾ ਕਰਨੀ ਜਾਂ ਕਿਸੇ ਦੇਵੀ ਦੇਵਤੇ ਨੂੰ ਮੰਨਣਾ, ਇਹਦਾ ਤਿਆਗ ਕਰਨਾ ਪਵੇਗਾ। ਇੱਕ ਕਰਤਾਰ ਦੀ, ਇੱਕ ਉਸ ਅਕਾਲ ਪੁਰਖ ਦੀ ਪ੍ਰੇਮਾ ਭਗਤੀ, ਉਹਦੀ ਪ੍ਰੇਮ ਦੇ ਨਾਲ ਭਗਤੀ, ਉਹਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ ਤੇ ਉਪਾਸਨਾ ਦੱਸੀ ਹੈ। ਉਸੇ ਦੀ ਉਪਾਸਨਾ ਕਰਨੀ ਹੈ, ਅਕਾਲ ਪੁਰਖ ਦੀ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਇਸ ਚੀਜ਼ ਨੂੰ ਪੱਕਾ ਕਰਨ ਵਾਸਤੇ, ਪੂਰਨਤਾ ਭਾਵ ਕਿ ਇੱਕ ਅਕਾਲ ਪੁਰਖ ਤੇ ਭਰੋਸਾ ਲਿਆਉਣ ਵਾਸਤੇ ਕੀ ਹੈ? ਗੁਰਬਾਣੀ ਦਾ ਅਭਿਆਸ, ਗੁਰਬਾਣੀ ਪੜ੍ਹਨੀ ਹੈ ਸਿੱਖ ਨੇ, ਸਾਧ ਸੰਗਤ ਤੇ ਪੰਥ ਦੀ ਸੇਵਾ ਕਰਨੀ ਹੈ, ਪਰਉਪਕਾਰੀ ਜੀਵਨ ਜਿਉਣਾ ਹੈ, ਨਾਮ ਦਾ ਪ੍ਰੇਮ, ਨਾਮ ਦੇ ਨਾਲ ਉਹਨੇ ਪ੍ਰੇਮ ਜਿਹੜਾ ਪਾਉਣਾ ਹੈ, ਅਤੇ ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖਣਾ ਮੁੱਖ ਸਾਧਨ ਹਨ। ਨਾਮ ਦਾ ਪ੍ਰੇਮ, ਨਾਮ ਦੇ ਨਾਲ ਪ੍ਰੇਮ ਪਾਉਣਾ ਹੈ, ਨਾਮ ਜਪਣਾ ਹੈ, ਅੰਮ੍ਰਿਤ ਛਕ ਕੇ ਫਿਰ ਰਹਿਤ ਬਹਿਤ ਦਾ ਪੂਰਾ ਧਾਰਨੀ ਹੋ ਕਰਕੇ ਰਹਿਣਾ ਹੈ। ਆਦਿ ਇਹਨਾਂ ਕੁਝ ਦੱਸ ਕੇ ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ? ਕਿਸੇ ਨਾਲ ਕੋਈ ਧੱਕਾ ਨਹੀਂ ਹੈ। ਇਹ ਵੀ ਗੱਲ ਕਹੀ ਜਾਂਦੀ ਆ ਕਿ ਕੋਈ ਵੀ ਪਿਆਰਾ ਜਿਹੜਾ ਹੈ ਉਹ ਕਿਸੇ ਲਾਲਚ ਵੱਸ ਜਾਂ ਕਿਸੇ ਧੱਕੇ ਵੱਸ ਤਾਂ ਨਹੀਂ ਆਇਆ। ਇਹ ਵੀ ਗੱਲ 5 ਪਿਆਰੇ ਪੁੱਛਦੇ ਆ, ਕਿਸੇ ਨਾਲ ਕੋਈ ਧੱਕਾ ਨਹੀਂ ਹੈ। ਜੇ ਗੁਰੂ ਨਾਲ ਪ੍ਰੇਮ ਧਾਰ ਕੇ ਕੋਈ ਅੰਮ੍ਰਿਤ ਛਕਣ ਆਇਆ ਤੇ ਉਹਦੇ ਸਾਹਮਣੇ ਇਹ ਗੱਲਾਂ ਰੱਖੀਆਂ ਜਾਂਦੀਆਂ ਕਿ ਭਾਈ ਤੂੰ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਵਿਸ਼ਵਾਸ ਕਰਨਾ ਹੈ, ਗੁਰਬਾਣੀ ਦਾ ਅਭਿਆਸ ਕਰਨਾ ਹੈ, ਸੰਗਤ ਤੇ ਪੰਥ ਦੀ ਸੇਵਾ ਕਰਨੀ ਹੈ, ਪਰਉਪਕਾਰੀ ਜੀਵਨ ਜਿਉਣਾ ਹੈ, ਨਾਮ ਦੇ ਵਿੱਚ ਆਪਣੀ ਸੁਰਤ ਟਿਕਾਉਣੀ ਹੈ, ਅੰਮ੍ਰਿਤ ਛਕ ਕੇ ਰਹਿਤ ਬਹਿਤ ਦਾ ਧਾਰਨੀ ਜਿਹੜਾ ਉਹ ਬਣਨਾ ਹੈ। ਤੇ ਜੇ ਤੂੰ ਇਹਨਾਂ ਗੱਲਾਂ ਨੂੰ ਭਾਈ ਕਬੂਲਦਾ ਹੈ ਤੇ ਤੇਰਾ ਸਵਾਗਤ ਹੈ। ਜੇ ਤੁਸੀਂ ਖੁਸ਼ੀ ਖੁਸ਼ੀ ਕਬੂਲਦੇ ਹੋ ਤੇ ਜਦੋਂ ਸਵਾਲ ਪੁੱਛਿਆ ਜਾਂਦਾ ਫਿਰ ਅੱਗਿਓਂ ਜਵਾਬ ਕੀ ਆਉਂਦਾ? ਖੱਖਾ। ਹਾਂ ਦਾ ਜਵਾਬ ਆਉਣ ਤੇ ਪਿਆਰਿਆਂ ਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਜਦੋਂ ਅੱਗੇ ਸੰਗਤ ਚੋਂ ਹਾਂ ਦਾ ਜਵਾਬ ਆਉਂਦਾ, ਸਾਰੇ ਕਹਿੰਦੇ ਹਾਂਜੀ ਅਸੀਂ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਤੇ ਫਿਰ ਉਸ ਤੋਂ ਬਾਅਦ
ਜਿਹੜਾ ਹੈ ਪੰਜ ਪਿਆਰੇ ਚੋਂ ਇੱਕ ਸੱਜਣ ਜਿਹੜਾ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਸੋਧੇ ਤੇ ਫਿਰ ਹੁਕਮਨਾਮਾ ਲਿਆ ਜਾਵੇ। ਜਿਹੜਾ ਤਾਬਿਆ ਛੇਵਾਂ ਸਿੱਖ ਬੈਠਾ ਹੈ ਉਹ ਫਿਰ ਹੁਕਮਨਾਮਾ ਲਵੇ, ਅਰਦਾਸ ਕੀਤੀ ਜਾਵੇ ਕਿ ਆਪ ਜੀ ਦੇ ਹਜ਼ੂਰ ਇਹਨਾਂ ਸਾਰਿਆਂ ਦੀ ਅਰਦਾਸ ਹੈ, ਆਪ ਜੀ ਦੇ ਦਰ ਤੇ ਕਬੂਲ ਹੋਣ ਆਏ ਆ, ਸੋ ਆਪ ਜੀ ਅੰਮ੍ਰਿਤ ਜਿਹੜਾ ਤਿਆਰ ਕਰਨ ਦੀ ਆਗਿਆ ਬਖਸ਼ੋ। ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰਕੇ ਹੁਕਮ ਲਿਆ ਜਾਵੇ। ਫਿਰ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਦੇ ਪਾਸ ਆ ਬੈਠਣ। ਇੱਕ ਬਾਟਾ ਜਿਹੜਾ ਸਰਬਲੋਹ ਦਾ, ਉਹਦੇ ਦੁਆਲੇ ਆ ਕੇ ਬੈਠ ਜਾਣ। ਗੱਗਾ ਨੰਬਰ, ਬਾਟਾ ਸਰਬਲੋਹ ਦਾ ਹੋਵੇ ਤੇ ਚੌਂਕੀ ਸੁਨਹਿਰੇ ਆਦ ਕਿਸੇ ਸਵੱਛ ਚੀਜ਼ ਪਰ ਰੱਖਿਆ ਜਾਵੇ। ਸਰਬਲੋਹ ਦਾ ਬਾਟਾ ਹੋਵੇ ਤੇ ਉਸ ਬਾਟੇ ਨੂੰ ਕਿਸੇ ਚੌਂਕੀ ਦੇ ਉੱਤੇ, ਸਾਫ ਚੌਂਕੀ ਜਿਹੜੀ ਹੁੰਦੀ ਆ, ਪੀੜੀ ਕਹਿ ਲਓ ਛੋਟੀ ਜੀ, ਜਾਂ ਕੋਈ ਸੁਨਹਿਰਾ ਜਿਹਨੂੰ ਆਪਾਂ ਜਿਹੜਾ ਹੈ ਕੁੰਡਾ ਕਹਿੰਦੇ ਆ, ਉਹ ਸੁਨਹਿਰਾ ਇੱਕ ਸਵੱਛ ਹੋਵੇ, ਸਾਫ ਹੋਵੇ, ਜਾਂ ਕਿਸੇ ਹੋਰ ਸਾਫ ਚੀਜ਼ ਦੇ ਉੱਤੇ ਉਸ ਸਰਬਲੋਹੇ ਦੇ ਬਾਟੇ ਨੂੰ ਰੱਖਿਆ ਜਾਵੇ। ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਵੀਰ ਆਸਨ ਹੋ ਕੇ ਬੈਠ ਜਾਣ। ਆਸੇ ਪਾਸੇ ਜਿਹੜਾ ਹੈ ਵੀਰ ਆਸਨ ਲਾ ਕੇ ਪੰਜ ਪਿਆਰੇ ਬੈਠ ਜਾਣ। ਸਵੱਛ ਜਲ, ਸਾਫ ਜਲ ਤੇ ਪਤਾਸੇ ਜਿਹੜੇ ਆ ਉਸ ਬਾਟੇ ਦੇ ਵਿੱਚ ਪਾਏ ਜਾਣ। ਤੇ ਵੀਰ ਆਸਨ ਹੁੰਦਾ ਹੈ ਸੱਜਾ ਗੋਡਾ ਜ਼ਮੀਨ ਤੇ ਰੱਖ ਕੇ ਤੇ ਸੱਜੀ ਲੱਤ ਦਾ ਭਾਰ ਪੈਰ ਤੇ ਰੱਖ ਕੇ ਬੈਠਣਾ, ਖੱਬਾ ਗੋਡਾ ਉੱਚਾ ਕਰਕੇ ਰੱਖਣਾ। ਭਾਵ ਆਪਣਾ ਜਿਹੜਾ ਸੱਜਾ ਗੋਡਾ ਹੈ ਉਹਨੂੰ ਜ਼ਮੀਨ ਦੇ ਉੱਤੇ ਰੱਖ ਲੈਣਾ ਹੈ ਤੇ ਜਿਹੜਾ ਸੱਜੀ ਲੱਤ ਦਾ ਭਾਰ ਉਹਦੇ ਤੇ ਪਾ ਲੈਣਾ ਹੈ ਤੇ ਜਿਹੜਾ ਖੱਬਾ ਗੋਡਾ ਹੈ ਉਹਨੂੰ ਉੱਪਰ ਚੁੱਕ ਕੇ ਰੱਖਣਾ ਹੈ। ਇਹਨੂੰ ਕਿਹਾ ਜਾਂਦਾ ਹੈ ਵੀਰ ਆਸਨ। ਵੀਰ ਆਸਨ ਹੋ ਕੇ ਜਿਹੜੇ ਆ ਪੰਜ ਪਿਆਰੇ ਉਹ ਬੈਠ ਜਾਣ। ਹਾਂਜੀ, ਸਲਾਈਡ ਬਦਲਣ ਵਾਲੀ ਹੋ ਗਈ ਹੈ। ਹਾਂਜੀ, ਹਾਂ ਦਾ ਜਵਾਬ ਆਉਣ ਤੇ ਪੰਜਾਂ ਪਿਆਰਿਆਂ ਚੋਂ ਅੰਮ੍ਰਿਤ ਛਕਣ ਦੀ ਇੱਕ ਅਰਦਾਸ ਕਰੇ ਤੇ ਹੁਕਮ ਲਵੇ। ਫਿਰ ਉਸ ਤੋਂ ਬਾਅਦ ਜਿਹੜਾ ਹੈ ਅਰਦਾਸਾ ਕਰਕੇ ਹੁਕਮ ਲਵੇ। ਫਿਰ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ। ਬਾਟਾ ਸਰਬਲੋਹ ਦਾ ਹੋਵੇ, ਚੌਂਕੀ ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ ਉੱਪਰ ਰੱਖਿਆ ਜਾਵੇ। ਫਿਰ ਉਸ ਤੋਂ ਬਾਅਦ ਘੱਗਾ ਨੰਬਰ, ਬਾਟੇ 'ਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਅੰਮ੍ਰਿਤ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਵੀਰ ਆਸਨ ਹੋ ਕੇ ਬੈਠ ਜਾਣ ਤੇ ਇਹਨਾਂ ਬਾਣੀਆਂ ਦਾ ਪਾਠ ਕਰਨ। ਹੁਣ ਅੰਮ੍ਰਿਤ ਦੀਆਂ ਬਾਣੀਆਂ ਹਨ, ਇਹਨਾਂ ਦਾ ਜਿਹੜਾ ਹੈ ਉਹ ਪਾਠ ਕੀਤਾ ਜਾਵੇ। ਕਿਹੜੀਆਂ ਬਾਣੀਆਂ ਹਨ? ਹਾਂਜੀ, ਸਭ ਤੋਂ ਪਹਿਲਾਂ ਜਪਜੀ ਸਾਹਿਬ ਜਪ ਲਿਖਿਆ ਹੈ, ਜਿਸ ਨੂੰ ਜਾਪ ਸਾਹਿਬ ਦਾ ਪਾਠ। 10 ਸਵਈਏ ਸ਼ਰਾਵਗ ਸੁਧ ਸਮੂਹ ਸਿਧਾਉਣ ਵਾਲੇ 10 ਸਵਈਏ ਦਸਵੇਂ ਪਾਤਸ਼ਾਹ ਜੀ ਦੇ। ਫਿਰ ਬੇਨਤੀ ਚੌਪਈ ਹਮਰੀ ਕਰੋ ਹਮਰੀ ਕਰੋ ਹਾਥ ਦਾ ਰੱਛਾ ਤੋਂ ਲੈ ਕੇ ਦੁਸ਼ਟ ਦੋਖ ਦੇ ਲਿਓ ਬਚਾਈ ਤੱਕ ਆਨੰਦ ਜਿਹੜਾ ਹੈ ਚੌਪਈ ਸਾਹਿਬ ਦਾ ਜਾਪ। ਫਿਰ ਆਨੰਦ ਸਾਹਿਬ। ਇਹ ਪੰਜ ਬਾਣੀਆਂ ਦਾ ਪਾਠ ਜਿਹੜਾ ਹੈ ਉਹ ਕੀਤਾ ਜਾਵੇ। ਨੰਬਰ ਚੱਚਾ, ਹਰ ਇੱਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ। ਸੁਰ ਤੇ ਇਕਾਗਰ ਹੋਵੇ। ਜਿਹੜਾ ਪਾਠ ਕਰ ਰਿਹਾ ਉਹਦੇ ਵਿੱਚ ਸੁਰ ਤੇ ਇਕਾਗਰ ਹੋਵੇ। ਬਾਕੀ ਦੇ ਦੋਵੇਂ ਹੱਥ ਬਾਟੇ ਦੇ ਕੰਢੇ ਤੇ ਅਤੇ ਧਿਆਨ ਅੰਮ੍ਰਿਤ ਵੱਲ ਟਿਕੇ। ਸਾਰਿਆਂ ਦੀ ਨਿਗਾਹ ਜਿਹੜੀ ਹੈ ਪੰਜਾਂ ਪਿਆਰਿਆਂ ਦੀ, ਉਹ ਨਿਗਾਹ ਬਾਟੇ ਦੇ ਵਿੱਚ ਹੋਣੀ ਲਾਜ਼ਮੀ ਹੈ। ਬਾਟੇ ਦੇ ਵਿੱਚ ਨਿਗਾਹ ਹੋਵੇ ਤੇ ਇੱਕ ਜਿਹੜਾ ਸਿੰਘ ਪਾਠ ਕਰ ਰਿਹਾ ਹੈ ਉਹਦੇ ਹੱਥ ਦੇ ਵਿੱਚ ਖੰਡਾ ਹੋਵੇ, ਸੱਜੇ ਹੱਥ ਨਾਲ ਉਹਨੇ ਫੜਿਆ ਹੋਵੇ ਖੰਡਾ। ਉਹ ਹੌਲੀ ਹੌਲੀ ਉਸ ਜਲ ਦੇ ਵਿੱਚ ਫੇਰੀ ਜਾਵੇ ਤੇ ਨਾਲ ਨਾਲ ਬਾਣੀ ਪੜ੍ਹੀ ਜਾਵੇ ਸੁਰਤ ਨੂੰ ਟਿਕਾ ਕੇ, ਤੇ ਨਿਗਾਹ ਸਾਰਿਆਂ ਦੀ ਉਸ ਬਾਟੇ ਦੇ ਵਿੱਚ ਹੋਵੇ ਤੇ ਬਾਕੀਆਂ ਨੇ ਦੋਵੇਂ ਹੱਥ ਬਾਟੇ ਨੂੰ ਪਾਏ ਹੋਣ ਤੇ ਵੀਰ ਆਸਣ ਦੇ ਵਿੱਚ ਪੰਜੇ ਜਾਣੇ ਸੱਜੇ ਹੋਣ। ਨੰਬਰ ਛੱਛਾ, ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ। ਸਾਰਾ ਪਾਠ ਹੋ ਗਿਆ, ਪੰਜ ਬਾਣੀਆਂ ਦਾ ਪਾਠ ਕਰਕੇ ਫਿਰ ਅੰਮ੍ਰਿਤ ਦੇ ਉੱਤੇ ਇੱਕ ਕੱਪੜਾ ਪਾ ਦਿੱਤਾ ਜਾਵੇ ਜੋ ਅੰਮ੍ਰਿਤ ਤਿਆਰ ਹੋਇਆ। ਫਿਰ ਉਸ ਤੋਂ ਬਾਅਦ ਅਰਦਾਸ ਕੀਤੀ ਜਾਵੇ। ਫਿਰ ਇੱਕ ਅਰਦਾਸ, ਇਹ ਅਰਦਾਸ ਦੇ ਵਿੱਚ ਅੰਮ੍ਰਿਤ ਛਕਾਉਣ ਦੀ ਅਰਦਾਸ ਹੁੰਦੀ ਹੈ।
ਤੇ ਅੰਮ੍ਰਿਤ ਤਿਆਰ ਕਰਨ ਲੱਗਿਆ ਜਿਹੜੀਆਂ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਇਹ ਅਰਦਾਸ ਕੀਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਅਰਦਾਸ ਕਰਕੇ ਤੇ ਫਿਰ ਨੰਬਰ ਜੱਜਾ, ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ਵਿੱਚ ਹਿੱਸਾ ਲਿਆ ਹੈ ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ, ਅੱਧ ਵਾਟੇ ਆਉਣ ਵਾਲਾ ਨਹੀਂ ਹੋ ਸਕਦਾ। ਜਿਸ ਮਨੁੱਖ ਨੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਆਣ ਕੇ ਹਾਜ਼ਰੀ ਭਰੀ ਹੈ, ਜਦੋਂ ਅੰਮ੍ਰਿਤ ਤਿਆਰ ਹੁੰਦਾ ਉਦੋਂ ਸਾਰੀ ਸੰਗਤ ਖਲੋਂਦੀ ਆਸੇ ਪਾਸੇ ਬਾਟੇ ਵੱਲ, ਉਹਨਾਂ ਦਾ ਵੀ ਧਿਆਨ ਹੁੰਦਾ। ਤੇ ਜਿਹੜਾ ਮਨੁੱਖ, ਜਿਹੜਾ ਅਭਿਲਾਖੀ, ਜਿਹੜਾ ਜਗਿਆਸੂ ਅੰਮ੍ਰਿਤ ਛਕਣਾ ਚਾਹੁੰਦਾ ਹੈ ਉਹ ਅੱਧ ਵਾਟੇ ਵਿੱਚੋਂ ਨਾ ਆਵੇ। ਇਹ ਨਾ ਹੋਵੇ ਕਿ ਪਾਠ ਹੋ ਗਿਆ ਤੇ ਫਿਰ ਆ ਕੇ ਆਖੇ ਕਿ ਮੈਨੂੰ ਹੁਣ ਅੰਮ੍ਰਿਤ ਛਕਾਓ, ਇਸ ਤਰ੍ਹਾਂ ਨਹੀਂ ਆ। ਮਰਿਆਦਾ ਇਹ ਆ ਕਿ ਜਦੋਂ ਪੰਜ ਪਿਆਰੇ ਸਾਰਿਆਂ ਨੂੰ ਰਹਿਤ ਦੱਸਣ ਸ਼ੁਰੂ ਕਰ ਦੇਣ, ਜਿਵੇਂ ਆਪਾਂ ਪੜ੍ਹਿਆ ਸੀ ਸਿੱਖ ਧਰਮ ਚ ਕਿਰਤਮ ਦੀ ਪੂਜਾ ਵਾਲੀ, ਇਹ ਜਦੋਂ ਸੁਣਾਉਣ ਤੋਂ ਪਹਿਲੋਂ ਆ ਜਾਵੇ ਤੇ ਫਿਰ ਜਿਹੜਾ ਹੈ ਫਿਰ ਉਹਨੂੰ ਅੰਮ੍ਰਿਤ ਦੀ ਦਾਤ ਮਿਲ ਸਕਦੀ ਆ। ਵਿੱਚ ਵਿਚਾਲਿਓਂ ਆਉਣ ਵਾਲੇ ਨੂੰ ਅੰਮ੍ਰਿਤ ਦੀ ਦਾਤ ਨਹੀਂ ਮਿਲ ਸਕਦੀ। ਨੰਬਰ ਝੱਜਾ, ਹੁਣ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਵੀਰ ਆਸਣ ਕਰਾ ਕੇ ਉਸ ਦੇ ਖੱਬੇ ਹੱਥ ਉੱਪਰ ਸੱਜਾ ਹੱਥ ਰਖਾ ਕੇ ਪੰਜ ਚੂਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੂਲੇ ਨਾਲ ਇਹ ਕਿਹਾ ਜਾਵੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਛਕਣ ਵਾਲਾ ਛਕ ਕੇ ਕਹੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ਪਰ ਲਾਏ ਜਾਣ, ਫਿਰ ਪੰਜ ਛੱਟੇ ਕੇਸਾਂ ਵਿੱਚ ਪਾਏ ਜਾਣ। ਹਰ ਇੱਕ ਛੱਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿੱਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਵੇ। ਜੋ ਅੰਮ੍ਰਿਤ ਬਾਕੀ ਰਹੇ ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ ਸਿੰਘ ਤੇ ਸਿੰਘਣੀਆਂ ਰਲ ਕੇ ਛਕ ਲੈਣ। ਸੋ ਇਹ ਜਿਹੜਾ ਪਹਿਰਾ ਹੈ ਇਹਨੂੰ ਆਪਾਂ ਥੋੜਾ ਜਿਹਾ ਖੋਲੀਏ ਕਿ ਕਿਵੇਂ, ਕਿ ਜਦੋਂ ਅੰਮ੍ਰਿਤ ਛਕਾਉਣਾ ਹੈ, ਜਿਸ ਤਰ੍ਹਾਂ ਅੰਮ੍ਰਿਤ ਪੰਜ ਪਿਆਰੇ ਵੈਸੇ ਦੱਸ ਦਿੰਦੇ ਹੁੰਦੇ ਆ ਵੀਰ ਆਸਣ ਕਿਵੇਂ ਲਾਉਣਾ, ਜਿਸ ਤਰ੍ਹਾਂ ਉਹਨਾਂ ਨੇ ਅੰਮ੍ਰਿਤ ਤਿਆਰ ਕੀਤਾ ਹੈ ਵੀਰ ਆਸਣ ਲਾ ਕੇ ਸੱਜਾ ਗੋਡਾ ਥੱਲੇ ਖੱਬਾ ਗੋਡਾ ਉੱਤੇ, ਉਸੇ ਤਰ੍ਹਾਂ ਹੀ ਅੰਮ੍ਰਿਤ ਛਕਣ ਵਾਲੇ ਨੇ ਵੀ ਵੀਰ ਆਸਣ ਲਾਉਣਾ ਹੈ ਤੇ ਆਪਣਾ ਖੱਬਾ ਹੱਥ ਸੱਜੇ ਹੱਥ ਦੇ ਉੱਪਰ ਰੱਖ ਕੇ ਤੇ ਪੰਜ ਚੂਲੇ ਜਿਹੜੇ ਆ ਨਾ, ਜਿਸ ਛਕਾਉਣ ਵਾਲੇ ਨੇ, ਜਿਹੜਾ ਪੰਜ ਪਿਆਰੇ ਸਿੰਘ ਨੇ ਪੰਜ ਚੂਲੇ ਜਿਹੜੇ ਹੈ ਉਹਦੇ ਹੱਥਾਂ ਦੇ ਪਾਉਣੇ ਆ, ਉਹਨੇ ਪੰਜ ਚੂਲੇ ਛਕ ਕੇ ਤੇ ਨਾਲ ਹੀ ਜਿਹੜਾ ਛਕਾਉਣ ਵਾਲਾ ਉਹਨੇ ਕਹਿਣਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲ ਉਹਨੂੰ ਉਹਦੇ ਹੱਥ ਦੇ ਅੰਮ੍ਰਿਤ ਪਾਉਣਾ ਹੈ। ਤੇ ਦੂਸਰੇ ਛਕਣ ਵਾਲੇ ਨੇ ਉਹ ਅੰਮ੍ਰਿਤ ਛਕ ਕੇ ਤੇ ਫਿਰ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਵਾਰੀ ਇਹ ਕਿਰਿਆ ਕੀਤੀ ਜਾਂਦੀ ਹੈ। ਪਹਿਲਾਂ ਛਕਾਇਆ ਜਾਂਦਾ ਪੰਜ ਵਾਰੀ, ਫਿਰ ਉਸ ਤੋਂ ਬਾਅਦ ਪੰਜ ਛੱਟੇ ਜਿਹੜੇ ਆ ਉਹ ਨੇਤਰਾਂ 'ਚ ਪਾਏ ਜਾਂਦੇ, ਅੱਖਾਂ ਦੇ ਵਿੱਚ ਪਾਏ ਜਾਂਦੇ ਆ। ਪੰਜ ਛੱਟੇ ਅੱਖਾਂ ਨੇਤਰਾਂ 'ਚ ਪਾਏ ਜਾਂਦੇ, ਉਦੋਂ ਵੀ ਇਹੋ ਕਿਹਾ ਜਾਂਦਾ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਅੱਗੇੋਂ ਜਿਹੜਾ ਛਕਣ ਆਇਆ ਹੈ ਉਹ ਜਦੋਂ ਅੱਖ ਛਿੱਟੇ ਪੈਂਦੇ ਆ ਫਿਰ ਬੋਲਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਸੇ ਤਰ੍ਹਾਂ ਫਿਰ ਕੇਸਾਂ ਦੇ ਵਿੱਚ ਪੰਜ ਛੱਟੇ ਪਾਏ ਜਾਂਦੇ ਆ ਤੇ ਨਾਲ ਇਸੇ ਤਰ੍ਹਾਂ ਹੀ ਫਿਰ ਉਹ ਕੁਹਾਇਆ ਜਾਂਦਾ ਹੈ। ਪੰਜ ਛੱਟੇ ਜਿਹੜੇ ਆ ਉਹ ਛਕਣ ਵਾਸਤੇ ਦਿੱਤੇ ਜਾਂਦੇ ਆ, ਪੰਜ ਨੇਤਰਾਂ 'ਚ ਪਾਏ ਜਾਂਦੇ ਕਿ ਭਾਈ ਇਹ ਨੇਤਰ ਅੱਜ ਤੋਂ ਗੁਰੂ ਦੇ ਨੇਤਰ ਹੈ, ਇਹਨਾਂ ਦੇ ਨਾਲ ਵਿਕਾਰ ਨਹੀਂ ਦੇਖਣੇ, ਇਹਨਾਂ ਦੇ ਨਾਲ ਪਰਾਏ ਰੂਪ ਨਹੀਂ ਦੇਖਣੇ, ਇਹਨਾਂ ਦੇ ਨਾਲ ਜਿਹੜਾ ਹੈ ਇਹਨਾਂ ਅੱਖਾਂ ਦੇ ਨਾਲ ਵਿਕਾਰ ਨਹੀਂ ਕਮਾਉਣੇ, ਇਹ ਗੁਰੂ ਦੀਆਂ ਅੱਖਾਂ ਹਨ। ਇਹ ਨੇਤਰੋ ਮੇਰੋ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਜੀਵਨ ਹੋਣਾ ਚਾਹੀਦਾ ਤੇਰਾ। ਇਹ ਤਾਂ ਕਰਕੇ ਪੰਜ ਛਿੱਟੇ ਅੰਮ੍ਰਿਤ ਦੇ ਅੱਖਾਂ 'ਚ ਪਾਏ ਜਾਂਦੇ ਆ ਕਿ ਪਰਮਾਤਮਾ ਨੂੰ ਹੀ ਆਸੇ ਪਾਸੇ ਹਰ ਜਗ੍ਹਾ ਦੇ ਉੱਤੇ ਵਿਆਪਕ ਦੇਖਣਾ। ਫਿਰ ਪੰਜ ਛੱਟੇ ਕੇਸਾਂ 'ਚ ਪਾਏ ਜਾਂਦੇ ਆ ਕਿ ਜਿਹੜੇ ਕੇਸ ਹਨ ਉਹ ਗੁਰੂ ਦੇ ਹਨ ਤੇ ਆਪਣੀ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਸੰਗ ਨਿਭਾਉਣੀ ਆ। ਇਹ ਤੇਰੇ ਕੇਸ ਅੱਜ ਵਾਲ ਨਹੀਂ ਰਹਿ ਗਏ, ਇਹ ਕੇਸ ਹੋ ਗਏ ਹਨ, ਇਹ ਗੁਰੂ ਦੇ ਹੋ ਗਏ ਆ। ਤੇ ਇਸ ਕਰਕੇ ਇਹਨਾਂ ਨੂੰ ਆਪਣੇ ਸਵਾਸ, ਜਿੰਨਾ ਚਿਰ ਤੇਰੇ ਸਵਾਸ ਚੱਲਦੇ ਹਨ ਉਹਨਾਂ ਚਿਰ ਇਹਨਾਂ ਕੇਸਾਂ ਦੀ ਸਾਂਭ ਸੰਭਾਲ ਦਾ ਤੇਰਾ ਜ਼ਿੰਮਾ ਹੈ। ਤੇ ਇਹਨਾਂ ਕੇਸਾਂ ਦੀ ਸਾਂਭ ਸੰਭਾਲ ਆਪਣੇ ਕੇਸ ਸਮਝ ਕੇ ਨਹੀਂ ਕਰਨਾ, ਇਹਨਾਂ ਦੀ ਸਾਂਭ ਸੰਭਾਲ ਗੁਰੂ ਦੇ ਕੇਸ ਸਮਝ ਕੇ ਕਰਨਾ। ਤਾਂ ਕਰਕੇ ਪੰਜ ਛੱਟੇ ਜਿਹੜੇ ਹੈ ਸਿਰ ਦੇ ਵਿੱਚ ਕੇਸਾਂ 'ਚ ਪਾਏ ਜਾਂਦੇ ਆ। ਸੋ ਇਸ ਤਰ੍ਹਾਂ ਜਿਹੜੇ ਆ ਇਹ
ਪੰਜ ਪੰਜ ਛੱਟੇ ਪਾ ਕੇ ਉਸ ਤੋਂ ਬਾਅਦ ਜਿਹੜਾ ਹੈ ਫਤਿਹ ਗਜਾਈ ਜਾਵੇ ਅਖੀਰ ਤੇ। ਫਿਰ ਜਿਹੜਾ ਅੰਮ੍ਰਿਤ ਛਕ ਕੇ ਉੱਠਿਆ ਹੈ ਫਿਰ ਸਾਰਿਆਂ ਨੂੰ ਫਤਿਹ ਗਜਾ ਕੇ ਪਿੱਛੇ ਹੋ ਜਾਵੇ, ਫਿਰ ਅਗਲਾ ਆ ਕੇ ਦੁਬਾਰਾ ਉਹ ਵੀ ਇਸ ਤਰ੍ਹਾਂ ਹੀ ਵਿਧੀ ਦੇ ਨਾਲ ਛਕੇ। ਤੇ ਜਿਹੜਾ ਬਾਕੀ ਅੰਮ੍ਰਿਤ ਬਚ ਜਾਵੇ, ਜੋ ਅੰਮ੍ਰਿਤ ਛਕ ਲਿਆ ਹੈ ਉਹਦੇ ਵਿੱਚੋਂ ਜਿਹੜਾ ਥੋੜਾ ਅੰਮ੍ਰਿਤ ਰਹਿ ਗਿਆ ਹੈ, ਉਹ ਅੰਮ੍ਰਿਤ ਸਾਰੇ ਰਲ ਕੇ ਛਕ ਲੈਣ, ਭਾਵੇਂ ਬੀਬੀਆਂ ਭਾਵੇਂ ਸਿੰਘ ਆ, ਇੱਕੋ ਬਾਟੇ ਦੇ ਵਿੱਚ ਪਾ ਕੇ ਸਾਰਿਆਂ ਨੂੰ ਬਰਾਬਰ ਛਕਾ ਦਿੱਤਾ ਜਾਵੇ। ਕਿਉਂਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੀ ਅੱਜ ਤੋਂ ਬਾਅਦ ਜਾਤ ਕੁੱਲ ਸਾਰਾ ਕੁਝ ਖਤਮ ਹੋ ਗਿਆ ਤੇ ਅਸੀਂ ਅੱਜ ਤੋਂ ਬਾਅਦ ਖਾਲਸੇ ਬਣ ਗਏ। ਇੱਕੋ ਬਾਟੇ ਛਕਾਉਣ ਦਾ ਭਾਵ ਹੀ ਹੁੰਦਾ ਕਿ ਸਾਡੀ ਸਾਰੀ ਜਾਤ ਖਤਮ ਹੋ ਗਈ। ਜੋ ਪਹਿਲੀ ਜਾਤ ਸੀ, ਸਾਡਾ ਜਿਹੜਾ ਦੇਸ਼ ਵਰਨ ਜੋ ਵੀ ਸਾਡੀਆਂ ਕੁੱਲਾਂ ਸਨ, ਉਹ ਸਾਰੀਆਂ ਖਤਮ ਹੋ ਗਈਆਂ ਤੇ ਅਸੀਂ ਅੱਜ ਤੋਂ ਗੁਰੂ ਵਾਲੇ ਬਣ ਗਏ, ਅਸੀਂ ਖਾਲਸੇ ਹੋ ਗਏ। ਖਾਲਸਾ ਕਿੱਥੋਂ ਦਾ ਨਿਵਾਸੀ ਹੈ? ਅਨੰਦਪੁਰ ਸਾਹਿਬ ਦਾ। ਖਾਲਸੇ ਦਾ ਨਿਵਾਸ ਅਨੰਦਪੁਰ ਸਾਹਿਬ ਦਾ ਹੈ। ਖਾਲਸੇ ਦਾ ਇੱਕੋ ਪਿਤਾ ਹੈ, ਕੌਣ? ਗੁਰੂ ਗੋਬਿੰਦ ਸਿੰਘ। ਖਾਲਸੇ ਦੀ ਇੱਕੋ ਮਾਤਾ ਹੈ, ਕੌਣ? ਮਾਤਾ ਸਾਹਿਬ ਕੌਰ। ਤੇ ਇਸ ਕਰਕੇ ਖਾਲਸਾ ਭੈਣ ਭਰਾਵਾਂ ਦੀ ਤਰ੍ਹਾਂ ਹੈ ਆਪਸ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਇਹ ਜਿਹੜਾ ਦੱਸਿਆ ਜਾਂਦਾ ਕਿ ਭਾਈ ਤੁਹਾਡੀ ਪਿਛਲੀ ਜਾਤ ਕੁੱਲ ਜਿਹੜੀ ਹੈ, ਵਰਨ ਜੋ ਵੀ ਹੈ, ਉਹ ਸਾਰਾ ਕੁਝ ਅੱਜ ਤੋਂ ਖਤਮ ਹੋ ਗਿਆ ਤੇ ਤਾਂ ਕਰਕੇ ਜਿਹੜਾ ਹੈ ਇਹ ਅੰਮ੍ਰਿਤ ਤੁਹਾਨੂੰ ਛਕਾਇਆ ਗਿਆ ਹੈ। ਸੋ ਸਾਧ ਸੰਗਤ ਜੀ, ਇਹ ਸੀ ਆਪਾਂ ਕੱਲ ਨੂੰ ਜਿਹੜਾ ਹੈ ਆਪਾਂ ਵਿਚਾਰਨੀ ਹੈ ਸਿੱਖ ਰਹਿਤ। ਇਹਦੇ ਵਿੱਚ ਹੀ ਅੱਗੇ ਜੋ ਵੀ ਹੈ ਕਿਵੇਂ ਫਿਰ ਉਹਨਾਂ ਨੂੰ ਰਹਿਤ ਦੀ ਧਾਰਨੀ ਬਣਾਇਆ ਜਾਂਦਾ ਹੈ, ਸਿੱਖਾਂ ਨੂੰ ਕਿਵੇਂ ਰਹਿਤ ਦੱਸੀ ਜਾਂਦੀ ਹੈ, ਉਹ ਆਪਾਂ ਕੱਲ ਦੇ ਇਸੇ ਹੀ ਕਲਾਸ ਦੇ ਵਿੱਚ ਵਿਚਾਰਾਂਗੇ। ਕਾਫੀ ਲੰਬਾ ਹੈ, ਹਰ ਗੱਲ ਦੇ ਉੱਤੇ ਆਪਾਂ ਨੂੰ ਥੋੜਾ ਥੋੜਾ ਰੋਕ ਕੇ ਜਾਵਾਂਗੇ ਤਾਂ ਕਿ ਆਪਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਵੇ ਕਿ ਰਹਿਤ ਕੀ ਹੈ ਤੇ ਕਿਵੇਂ ਰਹਿਤ ਦਾ ਧਾਰਨੀ ਹੋਣਾ ਹੈ। ਪਰ ਜਦੋਂ ਅੰਮ੍ਰਿਤ ਛਕਣ ਜਾਂਦੇ ਆ ਨਾ ਸਿੰਘ, ਭਾਵੇਂ ਸਿੰਘਣੀ ਆ ਭਾਵੇਂ ਸਿੰਘ, ਉੱਥੇ ਕੀ ਹੁੰਦਾ ਕਿ ਅੰਮ੍ਰਿਤ ਛਕਾਉਣ ਵਾਲੇ ਜਿਹੜੇ ਪੰਜ ਪਿਆਰੇ ਹੁੰਦੇ ਆ ਉਹ ਰਹਿਤ ਦੱਸ ਰਹੇ ਹੁੰਦੇ ਆ, ਤੇ ਇਹ ਛਕਣ ਵਾਲੇ ਜਿਹੜੇ ਆ ਵਿਲਾਖੀ ਹੁੰਦੇ, ਇਹ ਕੁਝ ਨਵੇਂ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਤੇ ਉਹ ਆਪਸ ਚ ਰੌਲਾ ਪਾਈ ਜਾਂਦੇ। ਕੋਈ ਕਹਿੰਦਾ ਉਹ ਤੇਰਾ ਕਛਹਿਰਾ ਹੈਗਾ ਹੀ, ਤੂੰ ਕਿਰਪਾਨ ਪਹਿਨੀ ਆ, ਉਹ ਦੂਸਰੇ ਨੂੰ ਪੁੱਛਦਾ ਤੇਰਾ ਕੜਾ ਕਿੱਥੇ ਆ। ਇਸ ਤਰ੍ਹਾਂ ਦਾ ਰੌਲਾ ਉੱਥੇ ਪਾਇਆ ਹੁੰਦਾ ਤੇ ਮੈਂ ਕਈ ਵਾਰੀ ਦੇਖਿਆ। ਤੇ ਉਹ ਇਸ ਕਰਕੇ ਜ਼ਰੂਰੀ ਆ ਕਿ ਉਸ ਸਮੇਂ ਆਪਣਾ ਧਿਆਨ ਜਿਹੜਾ ਪੰਜ ਪਿਆਰਿਆਂ ਦੀਆਂ ਗੱਲਾਂ ਵੱਲ ਟਿਕਾ ਕੇ ਰੱਖਣਾ ਚਾਹੀਦਾ ਹੈ। ਜੇ ਪੰਜ ਪਿਆਰੇ ਨੇ ਪਹਿਲਾਂ ਪੁੱਛ ਲਿਆ ਕਿ ਭਾਈ ਤੁਹਾਡੇ ਕੋਲ ਕਛਹਿਰਾ ਪਹਿਨਿਆ ਹੋਇਆ ਹੈ, ਤੁਸੀਂ ਕੇਸ਼ੀ ਇਸ਼ਨਾਨ ਕੀਤਾ ਹੋਇਆ ਹੈ, ਤੁਹਾਡੇ ਕੋਲ ਪੰਜ ਕਕਾਰ ਜਿਹੜੇ ਉਹ ਪੂਰੇ ਹਨ, ਤੇ ਫਿਰ ਉਹ ਜੇ ਹਾਂ ਚ ਹਾਂ ਮਿਲਾਉਂਦੇ, ਜਿਹਦੇ ਨਹੀਂ ਹੈਗੇ ਉਹ ਜਲਦੀ ਜਾ ਕੇ ਲੈ ਆਵੇ, ਤੇ ਜਿਹਦੇ ਕੋਲ ਹਨ ਤੇ ਉਹ ਬੈਠ ਜਾਵੇ। ਤੇ ਇਸ ਤਰ੍ਹਾਂ ਆਪਸ ਚ, ਕਿਉਂਕਿ ਨਵੇਂ ਨਵੇਂ ਛਕਣ ਲਈ ਪਤਾ ਨਹੀਂ ਹੁੰਦਾ, ਤੇ ਉਹ ਆਪਸ ਚ ਹੀ ਰੌਲਾ ਪਾਉਂਦੇ ਰਹਿੰਦੇ ਆ, ਤੇ ਜਿਹੜੀ ਰਹਿਤ ਹੁੰਦੀ ਆ ਉਹ ਉਸੇ ਤਰ੍ਹਾਂ ਹੀ ਬਿਨਾਂ ਸੁਣੇ ਤੋਂ ਹੀ ਆ ਜਾਂਦੇ ਆ। ਤੇ ਇਸ ਕਰਕੇ ਫਿਰ ਜੀਵਨ ਜਿਹੜਾ ਹੈ ਉਹ ਢਾਲਣਾ ਬੜਾ ਔਖਾ ਹੋ ਜਾਂਦਾ ਹੈ। ਫਿਰ ਵਾਰ-ਵਾਰ ਪੁੱਛਣਾ ਪੈਂਦਾ ਜੀ ਹੁਣ ਮੇਰਾ ਕੰਘਾ ਜਿਹੜਾ ਹੈ, ਅੱਜ ਮੈਂ ਸੁੱਤਾ ਹੀ ਕੰਘਾ ਮੰਜੇ ਤੋਂ ਥੱਲੇ ਡਿੱਗ ਪਿਆ, ਮੈਂ ਹੁਣ ਕਿੱਥੇ ਜਾਵਾਂ। ਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੁੰਦੀਆਂ ਤੇ ਪੰਜ ਪਿਆਰੇ ਫਿਰ ਦੱਸਦੇ ਆ, ਉਹ ਗੱਲ ਧਿਆਨ 'ਚ ਰੱਖਣ ਯੋਗ ਹੁੰਦੀ ਹੈ ਕਿ ਭਾਈ ਜੇ ਤੇਰਾ ਕੰਘਾ ਡਿੱਗ ਪਿਆ ਤੇ ਕੋਈ ਗੱਲ ਨਹੀਂ, ਤੂੰ ਨਵਾਂ ਕੰਘਾ ਸਿਰ ਤੇ ਧਾਰਨ ਕਰਕੇ ਗੁਰੂ ਅੱਗੇ ਅਰਦਾਸ ਕਰਕੇ ਉਹਨੂੰ ਧਾਰਨ ਕਰ ਸਕਦਾ ਹੈ, ਕੋਈ ਗੱਲ ਨਹੀਂ। ਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਉਸ ਸਮੇਂ ਨਹੀਂ ਸੁਣਦੇ, ਤੇ ਉਹਨਾਂ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੋ ਜਾਂਦਾ ਹੈ। ਤੇ ਇਹ ਸੀ ਸਾਧ ਸੰਗਤ ਆਪਣੇ ਜਿਹੜੀ ਹੈ ਕਿਵੇਂ ਅੰਮ੍ਰਿਤ ਛਕਾਉਣ ਦੀ ਕੀ ਵਿਧੀ ਹੈ। ਤੇ ਕੱਲ ਨੂੰ ਆਪਾਂ ਜਿਹੜੀ ਆ ਸਿੱਖ ਰਹਿਤ ਵਿਚਾਰਨੀ ਆ ਕਿ ਜੋ ਰਹਿਤ ਦੱਸਦੇ ਆ ਪੰਜ ਪਿਆਰੇ, ਉਹ ਕੀ ਰਹਿਤ ਹੈ, ਉਹ ਇਕੱਲੇ ਇਕੱਲੇ ਪੁਆਇੰਟ ਦੇ ਉੱਤੇ ਕੀ ਤਨਖਾਹ ਦੀ ਵਿਧੀ ਹੈ, ਤੇ ਕਿਵੇਂ ਜਿਹੜਾ ਹੈ ਚਾਰ ਕੁਰੈਤਾਂ ਕਿਹੜੀਆਂ ਹਨ, ਉਹਨਾਂ ਦੇ ਬਾਰੇ ਜਿਹੜੀ ਡਿਟੇਲ ਹੈ ਉਹ ਆਪਾਂ ਕੱਲ ਨੂੰ ਕਰਾਂਗੇ। ਸੋ ਆਪਾਂ ਇਹ ਜਿਹੜੀ ਅੰਮ੍ਰਿਤ ਦੀ ਵਿਧੀ ਵਿਚਾਰੀ ਹੈ, ਜੇ ਕੋਈ ਪੁਆਇੰਟ ਰਹਿ ਗਿਆ ਹੋਵੇ ਤੇ ਆਪ ਜੀ ਮੈਨੂੰ ਦੱਸ ਦਿਓ, ਕਿਉਂਕਿ ਅੰਮ੍ਰਿਤ ਦੀ ਵਿਧੀ ਬਹੁਤ ਲੰਬੀ ਹੈ, ਕਈ ਗੱਲਾਂ ਇਹਦੇ ਵਿੱਚ ਆ ਜਾਂਦੀਆਂ। ਕਈ ਗੱਲਾਂ ਜਿਹੜੀਆਂ ਮੇਰੇ ਖਿਆਲ ਚੋਂ ਸ਼ਾਇਦ ਨਿਕਲ ਗਈਆਂ ਹੋਣ, ਮੈਂ ਤਾਂ ਕਰਕੇ ਆਪ ਜੀ ਨੂੰ ਪੁੱਛ ਰਿਹਾ ਕਿ ਉੱਥੇ ਹੀ ਫਿਰ ਗੱਲ ਸ਼ੁਰੂ ਕਰ ਲਈ ਜਾਵੇ। ਤੇ ਆਪਣਾ ਮੈਂ ਤੁਹਾਡਾ ਥੋੜਾ ਮਾਈਕ ਵਾਲੀ ਆਪਸ਼ਨ ਸੈੱਟ ਕਰਦਾ, ਤੇ ਆਪ ਜੀ ਜੋ ਵੀ ਹੈ ਇਸ ਦਾ ਇਸ ਅੰਮ੍ਰਿਤ ਨਾਲ ਰਿਲੇਟਡ ਸਵਾਲ ਕਹਿ ਲਓ, ਜਾਂ ਜੋ ਵੀ ਵਿਧੀ ਦੇ ਬਾਰੇ ਆਪ ਜੀ ਕੁਛ ਜਾਣਦੇ ਹੋ, ਤੇ ਉਹ ਆਪਣਾ ਮਾਈਕ ਔਨ ਕਰਕੇ ਦੱਸ ਸਕਦੇ ਹੋ। ਹਾਂਜੀ ਬਲਜੀਤ ਸਿੰਘ ਜੀ। ਹਾਂਜੀ, ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਅੱਜ ਕੋਈ ਸਵਾਲ ਨਹੀਂ ਪੁੱਛਣਾ ਚਾਹਨਾ, ਜਸ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਕਿ ਅਸੀਂ ਸਰਗੁਣ ਸਰੂਪ ਸਤਿਗੁਰ ਜੀ ਦੇ ਸਨਮੁਖ ਹੋ ਕੇ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਤੇ ਤੁਸੀਂ ਕਿਰਪਾ ਕਰਕੇ ਬਹੁਤ ਟਾਈਮ
ਜਿਹੜੇ ਮਰਜ਼ੀ ਸੈਸ਼ਨ ਦੇ ਵਿੱਚ ਤੁਸੀਂ ਇਹ ਸਮਝਾਉਣਾ ਕਰਨਾ ਕਿ ਅਸੀਂ ਨਿਰਗੁਣ ਸਰੂਪ ਸਤਿਗੁਰ ਜੀ ਦੇ ਕਿਵੇਂ ਸਨਮੁਖ ਹੋਣਾ ਹੈ। ਜਿਵੇਂ ਸਾਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਹੈ ਇਸਕਾ ਵਿਸਰਾਮ। ਗੁਰੂ ਸਾਹਿਬ ਜੀ ਨੇ ਕਹਿਤਾ ਹੈ ਕਿ ਅੰਮ੍ਰਿਤ ਦੀ ਦਾਤ ਜੋ ਨਾਮ ਹੈ ਸਾਡੇ ਅੰਦਰ ਹੀ ਹੈ, ਤੇ ਉਹ ਕਿਵੇਂ ਅਸੀਂ ਪ੍ਰਗਟ ਕਰਨਾ ਹੈ। ਸਭ ਤੋਂ ਪਹਿਲਾਂ ਆਪ ਜੀ ਨੇ ਬਹੁਤ ਅੱਛਾ ਸਮਝਾਇਆ ਕਿ ਸਾਨੂੰ ਇਹ ਸਾਡੇ ਗੁਰੂ ਸਾਹਿਬ ਜੀ ਨੇ ਇਹ ਅੰਮ੍ਰਿਤ ਦੀ ਦਾਤ ਬਖਸ਼ਿਆ ਸਰਗੁਣ ਸਰੂਪ ਤੋਂ, ਉਹ ਸਾਨੂੰ ਲੈਣੀ ਬਹੁਤ ਹੀ ਜ਼ਰੂਰੀ ਹੈ। ਪਰ ਉਹ ਦਾਤ ਲੈਣ ਤੋਂ ਬਾਅਦ ਇਹ ਅਸੀਂ ਆਪਣੇ ਸਰੀਰ ਤੋਂ ਕਿਵੇਂ ਪ੍ਰਗਟ ਕਰਨੀ ਹੈ, ਇਹ ਨਾਮ ਦਾ ਅਭਿਆਸ ਕਿਵੇਂ ਕਰਨਾ ਹੈ, ਅਸੀਂ ਆਹਦ ਤੋਂ ਅਨਹਦ ਬਾਣੀ ਤੱਕ ਕਿਵੇਂ ਜਾਣਾ ਹੈ। ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਸਾਸ ਗ੍ਰਹਿ ਸਿਮਰਨ, ਸਾਸ ਸਿਮਰਨ ਇਹ ਬਹੁਤ ਖਤਮ ਹੁੰਦਾ ਜਾ ਰਿਹਾ ਹੈ। ਅਸੀਂ ਸਿਰਫ ਗੁਰਬਾਣੀ ਤੱਕ ਹੀ ਸੀਮਿਤ ਰਹਿ ਗਏ ਹਾਂ, ਪਰ ਅਸੀਂ ਉਸ ਨੂੰ ਵਿਚਾਰ ਕੇ ਪ੍ਰੈਕਟੀਕਲ ਨਹੀਂ ਕਰ ਰਹੇ ਹਾਂ। ਤਾਂ ਤੁਹਾਡੇ ਸਾਹਮਣੇ ਮੈਂ ਅਰਦਾਸ ਕਰਦਾ, ਬੇਨਤੀ ਕਰਦਾ ਹਾਂ ਕਿ ਆਪ ਜੀ ਇਹ ਸਮਝਾਣਾ ਕਰਨਾ ਆਉਣ ਵਾਲੇ ਕਲਾਸਿਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਠੀਕ ਹੈ ਜੀ, ਆਪ ਜੀ ਦਾ ਜਿਵੇਂ ਸਵਾਲ ਹੈ ਕਿ ਕੀ ਰਹਿਤ ਹੈ, ਉਹ ਆਪਾਂ ਤਾਂ ਹੀ ਕਿਹਾ ਕਿ ਕੱਲ ਨੂੰ ਆਪਾਂ ਉਹ ਅੱਗੇ ਰਹਿਤ ਵਿਚਾਰਾਂਗੇ ਤਾਂ ਕਿ ਆਪਾਂ ਨੂੰ ਜਿਹੜਾ ਉਹ ਕੱਲੀ ਕੱਲੀ ਗੱਲ ਜਿਹੜੀ ਹੈ ਕਲੀਅਰ ਹੋ ਸਕੇ। ਤੇ ਆਪਾਂ ਜ਼ਰੂਰ ਆਪ ਜੀ ਦੀ ਜੋ ਇੱਛਾ ਹੈ ਤੇ ਆਪਾਂ ਗੁਰਬਾਣੀ ਦੇ ਅਨੁਸਾਰ ਵੀ ਵੇਖਾਂਗੇ ਅੰਮ੍ਰਿਤ ਕੀ ਹੈ, ਕੀ ਇਹ ਅਭਿਆਸ ਹੈ, ਕਿਵੇਂ ਕਰਨਾ। ਇਹ ਆਪਾਂ ਕੱਲ ਨੂੰ ਕੱਲ ਦੀ ਕਲਾਸ ਦੇ ਵਿੱਚ ਜ਼ਰੂਰ ਵਿਚਾਰਾਂਗੇ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਵਾਹਿਗੁਰੂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਜਿਵੇਂ ਅਖੀਰਲੇ ਪੁਆਇੰਟ ਵਿੱਚ ਆਪਾਂ ਵੇਖਿਆ ਰਹਿਤ ਮਰਿਆਦਾ ਅਨੁਸਾਰ ਕਿ ਜੋ ਸਿੰਘ ਸਿੰਘਣਾਂ ਨੂੰ ਅੰਮ੍ਰਿਤ ਛਕਾ ਕੇ ਬਾਅਦ ਚ ਜਿਹੜਾ ਲਾਸਟ ਵਿੱਚ ਅੰਮ੍ਰਿਤ ਬਚਦਾ ਹੈ, ਉਹ ਸਿੰਘ ਤੇ ਸਿੰਘਣੀਆਂ ਅੰਮ੍ਰਿਤਧਾਰੀ ਜਿਹੜੇ ਹਨ ਉਹ ਰਲ ਕੇ ਛਕਣ। ਠੀਕ ਹੈ ਜੀ। ਤੇ ਜਿਵੇਂ ਹਸਬੈਂਡ ਵਾਈਫ ਹੈਗੇ ਆ ਤੇ ਮਰਿਆਦਾ ਅਨੁਸਾਰ ਜੇ ਇਕੱਲਾ ਹਸਬੈਂਡ ਜਾਂ ਵਾਈਫ ਨੂੰ ਅੰਮ੍ਰਿਤ ਛਕਣਾ ਹੋਵੇ ਅਬਲਾਕੀ ਹੋਣ ਤੇ ਉਹ ਇਕੱਲੇ ਇਕੱਲੇ ਅੰਮ੍ਰਿਤ ਛਕਣ, ਫਿਰ ਇੱਕ ਦੂਜੇ ਦਾ ਜੂਠਾ ਜਾਂ ਰਲ ਕੇ ਪ੍ਰਸ਼ਾਦਾ ਨਹੀਂ ਛਕ ਸਕਦੇ ਨਾ ਵੀਰ। ਤੇ ਇਹ ਕਿਵੇਂ ਫਿਰ ਇਕੱਲੇ ਇਕੱਲੇ ਨੂੰ ਛਕਣਾ ਪਏਗਾ ਜਾਂ ਫਿਰ ਹਸਬੈਂਡ ਵਾਈਫ ਨੂੰ ਨਾਲ ਹੀ ਛਕਣਾ ਜ਼ਰੂਰੀ ਹੈ? ਦੇਖੋ ਜੀ, ਤੁਸੀਂ ਕਹਿ ਰਹੇ ਹੋ ਕਿ ਉਹ ਛਕ ਸਕਦੇ ਆ ਜੀ, ਇੱਕ ਜਗ੍ਹਾ ਦੇ ਉੱਤੇ ਪ੍ਰਸ਼ਾਦਾ ਛਕ ਸਕਦੇ ਹੋ, ਕੋਈ ਗੱਲ ਨਹੀਂ ਹੈ। ਤੇ ਜਿਵੇਂ ਅੱਛਾ ਮਤਲਬ ਜਿਹੜੀ ਗੱਲ ਹੈ ਕਿ ਇੱਕ ਦੂਜੇ ਦਾ, ਹਾਂਜੀ ਇੱਕ ਦੂਜੇ ਦਾ ਜੂਠਾ ਅੰਮ੍ਰਿਤ ਉਹ ਪ੍ਰਸ਼ਾਦਾ ਛਕ ਸਕਦੇ ਨਹੀਂ, ਉਹ ਨਹੀਂ ਛਕ ਸਕਦੇ। ਪਰ ਇੰਝ ਆ ਵੀ ਜਦੋਂ ਜਿਸ ਤੇ ਸਾਰਿਆਂ ਨੇ ਰਲ ਕੇ ਅੰਮ੍ਰਿਤ ਛਕਿਆ ਹੈ, ਉਹ ਆਪਾਂ ਉਸ ਦਿਨ ਸੇਵਾ ਦੇ ਵਿੱਚ ਵਿਚਾਰਿਆ ਸੀ ਕਿ ਉਹ ਦੋਵੇਂ ਹੀ ਆਪਸ ਦੇ ਵਿੱਚ ਜਿਹੜਾ ਆ ਅੰਮ੍ਰਿਤਧਾਰੀ ਇੱਕ ਥਾਲੀ ਦੇ ਵਿੱਚ ਪ੍ਰਸ਼ਾਦਾ ਛਕ ਸਕਦੇ ਆ। ਗੱਲ ਇੰਝ ਹੈ ਕਿ ਉਹ ਅੰਮ੍ਰਿਤਧਾਰੀ ਹੋਣੇ ਜ਼ਰੂਰੀ ਹੈ, ਇਹ ਗੱਲ ਹੈ ਜੀ। ਹਾਂਜੀ ਠੀਕ। ਸੁਖ ਜੀ ਤੁਹਾਡਾ ਮਾਈਕ ਆਨ ਹੈ। ਆਵਾਜ਼ ਨਹੀਂ ਆ ਰਹੀ। ਵਾਹਿਗੁਰੂ। ਹਾਂਜੀ, ਹੋਰ ਕਿਸੇ ਪਿਆਰੇ ਦਾ ਕੋਈ ਸਵਾਲ ਹੋਵੇ? ਸੁਖ ਜੀ ਦਾ ਮੇਰੇ ਖਿਆਲ ਨਾਲ ਮਾਈਕ ਚੱਲ ਪਿਆ ਪਰ ਆਵਾਜ਼ ਨਹੀਂ ਆ ਰਹੀ। ਜੇ ਹੋਰ ਕਿਸੇ ਪਿਆਰੇ ਦਾ ਕੋਈ ਸਵਾਲ ਹੋਵੇ ਤੇ ਆਪਾਂ ਉਹ ਵਿਚਾਰੀਏ, ਬੇਨਤੀ ਹੈ। ਠੀਕ ਹੈ ਜੀ, ਵਾਹਿਗੁਰੂ। ਆਪਾਂ ਕੱਲ ਦੇ ਜਿਹੜੀ ਆਪਾਂ ਕਲਾਸ ਦੇ ਵਿੱਚ ਇਹ ਗੱਲ ਵਿਚਾਰਨੀ ਹੈ। ਇਹ ਭਾਈ ਸਾਹਿਬ ਨੇ ਕਿਹਾ ਕਿ ਕਿਵੇਂ ਦੀ ਰਹਿਤ ਹੋਣੀ ਚਾਹੀਦੀ ਹੈ, ਕਿਵੇਂ ਬਾਣੀ ਦਾ ਅਭਿਆਸ ਕਰਨਾ ਹੈ, ਤੇ ਅੰਮ੍ਰਿਤ ਸਾਡੇ ਅੰਦਰ ਹੈ ਤੇ ਉਹ ਪ੍ਰਗਟ ਕਿਵੇਂ ਹੁੰਦਾ ਹੈ। ਉਹ ਗੁਰਬਾਣੀ ਚ ਉਦਾਹਰਨਾਂ ਲੈ ਕੇ ਆਪਾਂ ਜਿਹੜੀ ਗੱਲ ਇੱਥੋਂ ਸ਼ੁਰੂ ਕਰਾਂਗੇ ਕਿ ਹੈ ਅੰਮ੍ਰਿਤ ਸਾਡੇ ਸਾਰਿਆਂ ਦੇ ਅੰਦਰ ਹੈ, ਹਰ ਕਿਸੇ ਦੇ ਅੰਦਰ ਅੰਮ੍ਰਿਤ ਹੈ, ਪਰ ਉਹ ਕਿਵੇਂ ਪ੍ਰਗਟ ਹੁੰਦਾ ਹੈ ਉਹਨੂੰ ਆਪਾਂ ਜਿਹੜਾ ਹੈ ਉਹਨੂੰ ਵਿਚਾਰਨਾ ਹੈ ਕਿ ਬਾਹਰ ਦਾ ਅੰਮ੍ਰਿਤ ਛਕਣ ਦੇ ਨਾਲ ਅੰਦਰਲਾ ਅੰਮ੍ਰਿਤ ਕਿਵੇਂ ਪ੍ਰਗਟ ਹੁੰਦਾ ਹੈ। ਇਹ ਗੱਲ ਨੂੰ ਆਪਾਂ ਕੱਲ ਦੇ ਦੀਵਾਨ ਚ ਵਿਚਾਰਾਂਗੇ, ਕੱਲ ਦੀ ਕਲਾਸ ਚ ਵਿਚਾਰਾਂਗੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਭਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।